पंजाब के दर्शकों को सुभाष शर्मा का नमस्कार, आदाब ते सत श्री अकाल। प्रोग्राम लैके हाजिर होए हैं जी। अज के मुद्दों के विच असीं तीन चार अहम पहलुआं ते गलबात करांगे। पहलां तो आपां अपने मेहमानां का स्वागत करते हैं। मेरे नाल परलिप तरफ ने जिहड़े हमेशा की तरह सरदार इंद्रदीप सिंह जी और मेरे विचकार गुरदेव चौहान जी। आओ पहले ना स्वागत करते हैं। सत श्री अकाल जी। सत श्री अकाल जी। दर्शकों, सब तो पहला तो विसाखी दिहाड़े की सारी पंजाबी कौम नूं, हिंदुस्तान वासियों नूं ते संसार के वक्-वक् कोनियां 'च बैठे पंजाबियों नूं ते हिंदुस्तानियों नूं लख लख मुबारकां, क्योंकि इस दिन खालसा दिवस की स्थापना हुई। साढ़े 10वें पातशाह श्री गुरु गोबिंद सिंह जी महाराज ने खंडे बाटे का अमृत छकाया तो एक वक्री कौम, बहादुर कौम की स्थापना की, जिहड़ी जुल्मां के खिलाफ, फिरका परस्ती के खिलाफ और धर्म नूं जबरदस्ती दूसरिਆਂ ਨੂੰ अपनाउण लई मजबूर करन के खिलाफ उस गुरु महाराज ने वो खालसा पंथ सजाया, जिहड़ा मनुखता की रक्षा के लिए अज तक हमेशा ही सतर्क रहिंदा है। फिर असीं मुबारकबाद दिंदे हां तुहानूं भी सारिआं नूं जी विसाखी दी मुबारकबाद। दर्शकों, असीं अज दो तीन पॉइंट करांगे, अहम पॉइंट ने जिहड़े। पहलां तो कनेडा बारे गल करांगे कि कनेडा जिहड़ा गन कल्चर है वो दिनों दिन वधदा जा रहा। ਉਹਦੇ मनोविग्यानक पहलू की ने, समाजिक हालात की ने, की कारण ने कि ये कल्चर जिहड़ा वधदा जा रहा, फ्रस्ट्रेशन नौजवानों जा रही है और अनजान जिहड़ियां जानां जिहड़ियां जा रही ने, भोले भाज जिहड़ियां जानां जिहड़े दूरों दूरों पढ़न आए ने, वो अपने विचारियां जानां गवा के माँ बाप नूं मुसीबतां 'च पा जांदे आ, दुखां 'च पा जांदे आ। इहदे बारे सरदार इंद्रदीप सिंह जी दो तीन मिनट अपने विचार दिओ। देखो शर्मा जी, जिहड़ा गन कल्चर है इहदी बहुती जिहड़ी बदनामी है वो अमरीका 'च हुई है। पिछे भी जिहड़ा इंसीडेंट होया वो ब्रुकलिन जगह हैगी है, जिथे कि एक मुंडे ने जिहड़ा अंधा तो गोलियां चलाईयां, ठीक है, और कई जिहड़े बंदे सी उन्होंने जख्मी करता। इस तो पहला भी कई इंसीडेंट हो चुके हैं। बड़ी बार चर्चा हुंदी है, इलैक्शन का भी पार्ट बनी सी जदों कि प्रेजिडेंशियल इलैक्शन हुई सी, ਉਹਦੇ ਵਿੱਚ ਵੀ ਇਹ ਕਿਹਾ ਗਿਆ ਸੀ ਕਿ ਅਸੀਂ ਜਿਹੜਾ ਗਨ ਕਲਚਰ ਹੈ ਨੂੰ ਖਤਮ ਕਰਨਾ ਹੈ। ਪਰੰਤੂ ਇਹ ਕਹਿ ਲਓ ਕਿ ਗਨ ਕਲਚਰ ਦੀ ਲੌਬੀ ਇੰਨੀ ਤਕੜੀ ਹੈ ਕਿ ਉਹਨਾਂ ਨੇ ਇਸ ਕਲਚਰ ਨੂੰ ਖਤਮ ਨਹੀਂ ਹੋਣ ਦਿੱਤਾ। ਔਰ ਕਿਉਂਕਿ ਆਪਾਂ ਗੁਆਂਢੀ ਦੇਸ਼ ਹੈਗੇ ਆ, ਇਸ ਕਰਕੇ ਉਸ ਕਲਚਰ ਦਾ ਕੈਨੇਡੀਅਨ ਕਲਚਰ ਉੱਤੇ ਵੀ ਅਸਰ ਜਿਹੜਾ ਹੈਗਾ ਅੱਜ ਕੱਲ੍ਹ ਦਿਸਣ ਲੱਗ ਗਿਆ। ਖਾਸ ਕਰਕੇ ਜਦੋਂ ਛੁੱਟੀਆਂ ਦਾ ਮਾਹੌਲ ਹੁੰਦਾ, ਠੀਕ ਹੈ, ਉਦੋਂ ਜਿਹੜੇ ਅਮਰੀਕਾ ਦੇ ਜਿਹੜੇ ਕਾਫੀ ਸਾਰੇ ਟੂਰਿਸਟ ਹੈਗੇ ਆ ਉਹ ਕੈਨੇਡਾ ਦੀ ਸਾਈਡ ਆਉਂਦੇ ਆ, ਉਦੋਂ ਵੀ ਇਸ ਦਾ ਜਿਹੜਾ ਪ੍ਰਭਾਵ ਹੈ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਜਿੱਦਾਂ ਤੁਸੀਂ ਆਪਣੇ ਵਿਖਿਆਨ ਦੇ ਵਿੱਚ ਗੱਲ ਕੀਤੀ ਹੈਗੀ ਹੈ ਕਿ ਜਿਹੜਾ ਸੋਸ਼ਲ ਇਕਨੋਮਿਕ ਜਿਹੜੀਆਂ ਕੰਡੀਸ਼ਨਸ ਹੈ ਉਹ ਇਸ ਵੇਲੇ ਅੱਗੇ ਨਾਲੋਂ ਮਾੜੀਆਂ ਹੋਈਆਂ। ਯੁੱਧ ਚੱਲ ਰਿਹਾ ਯੂਕਰੇਨ ਤੇ ਰੂਸ ਦਾ, ਇਸ ਕਰਕੇ ਸਾਰੇ ਪਾਸੇ ਟੈਨਸ਼ਨ ਹੈ, ਠੀਕ ਹੈ। ਕੋਵਿਡ ਦਾ ਜਿਹੜਾ ਪ੍ਰਭਾਵ ਸੀ ਉਹਦੇ ਚੋਂ ਇਕਨੋਮਿਕਲੀ, ਸੋਸ਼ਲੀ ਅਜੇ ਲੋਕ ਨਹੀਂ ਨਿਕਲ ਸਕੇ, ਉਹ ਵੀ ਇੱਕ ਪ੍ਰਭਾਵ ਹੈ। ਸਾਈਕੋਲੋਜੀਕਲੀ ਜਿਹੜੀ ਆਈਸੋਲੇਸ਼ਨ ਦੁਨੀਆ ਦੀ ਹੋਈ ਸੀ ਉਹਦਾ ਪ੍ਰਭਾਵ ਵੀ ਚੱਲ ਰਿਹਾ, ਠੀਕ ਹੈ। ਮੈਂਟਲ ਕੇਸਿਸ ਵੱਧਦੇ ਪਏ ਹੈਗੇ ਆ ਔਰ ਇਸ ਕ੍ਰਾਈਸਿਸ ਦੇ ਵਿੱਚ ਜਿਹੜਾ ਇੰਡੀਵਿਜੂਅਲ ਟੈਰਰਿਜ਼ਮ ਦਾ ਜਿਹੜਾ ਮਾਹੌਲ ਹੈ ਉਹ ਪੈਦਾ ਹੋ ਗਿਆ। ਇੰਡੀਵਿਜੂਅਲ ਟੈਰਰਿਜ਼ਮ ਦਾ ਮਤਲਬ ਹੈ ਕਿ ਟੈਰਰਿਜ਼ਮ ਕਈ ਕਿਸਮ ਦਾ ਹੁੰਦਾ। ਇੰਡੀਵਿਜੂਅਲ ਟੈਰਰਿਜ਼ਮ ਦੇ ਵਿੱਚ ਗਨ ਜਿਹੜਾ ਹੈਗਾ ਉਹ ਇੱਕ ਸਭ ਤੋਂ ਵੱਡਾ ਟੂਲ ਬਣ ਜਾਂਦਾ, ਸਭ ਤੋਂ ਵੱਡਾ ਵੈਪਨ ਬਣ ਜਾਂਦਾ, ਜਦੋਂ ਕਿ ਬੰਦਾ ਆਪਣੇ ਆਪ ਹੀ ਕੁਝ ਸੋਚਦਾ, ਆਪਣੀ ਸੋਚ ਨੂੰ ਟ੍ਰਾਂਸਲੇਟ ਕਰਨ ਦੇ ਲਈ ਉਹ ਗਨ ਦਾ ਸਹਾਰਾ ਲੈਂਦਾ। ਜਦੋਂ ਉਹਨੂੰ ਲੱਗਦਾ ਕਿ ਜਿਹੜੇ ਬੰਦੇ ਮੇਰੇ ਵਰਗੇ ਨਹੀਂ, ਮੇਰੇ ਵਰਗੀ ਸੋਚ ਨਹੀਂ ਰੱਖਦੇ, ਉਹਨਾਂ ਦਾ ਇਸ ਦੁਨੀਆ ਉੱਤੇ ਰਹਿਣ ਦਾ ਕੋਈ ਅਧਿਕਾਰ ਨਹੀਂ। ਇੱਕ ਤਾਂ ਇਹ ਸੋਚ ਹੈ। दूसरा ਜਿਹੜਾ ਅੱਜ ਕੱਲ ਗੇਮਸ ਚੱਲ ਰਹੀਆਂ ਬੱਚਿਆਂ ਜਿੱਥੋਂ ਕਿ ਤੁਹਾਡਾ ਆਧਾਰ ਬਣਦਾ, ਉਹ ਜਿਹੜੀਆਂ ਗੇਮਸ ਹੈ ਉਹ ਇਸ ਤਰ੍ਹਾਂ ਦਾ ਬੱਚਿਆਂ ਨੂੰ ਇਨਸੈਂਸਿਟਿਵ ਕਰ ਦਿੰਦੀਆਂ ਮੌਤ ਬਾਰੇ, ਕਿਲਿੰਗਸ ਬਾਰੇ, ਬਲੱਡ ਬਾਰੇ, ਕਿ ਉਹਨਾਂ ਨੂੰ ਐ ਲੱਗਦਾ ਕਿ ਮਾਰਨਾ ਜਾਂ ਮਰ ਜਾਣਾ ਇਹ ਕੋਈ ਐਵੇਂ ਗੱਲ ਹੈਗੀ ਹੈ।
ਜਦੋਂ ਇਹਦਾ ਰਿਜ਼ਲਟ ਕੀ ਨਿਕਲਦਾ ਕਿ ਜਿਸ ਤਰ੍ਹਾਂ ਦੀ ਗੋਲਾਬਾਰੀ ਜਾਂ ਜਿਸ ਤਰ੍ਹਾਂ ਦੀਆਂ ਲੜਾਈਆਂ ਉਹਨਾਂ ਦੀਆਂ ਗੇਮਸ ਦੇ ਵਿੱਚ ਦਿਖਾਈ ਜਾਂਦੀਆਂ, ਉਹਨਾਂ ਨੂੰ ਜਿਹੜੀ ਇਲੂਜਨ ਤੇ ਰਿਐਲਿਟੀ ਵਿੱਚ ਜਿਹੜਾ ਫਰਕ ਹੈ ਉਹ ਨਹੀਂ ਸਮਝ ਲੱਗਦਾ, ਕਿਉਂਕਿ ਬੱਚੇ ਹੁੰਦੇ ਆ ਔਰ ਜਿਹੜੇ ਪੇਰੈਂਟਸ ਹੈਗੇ ਆ ਉਹ ਆਪਣਾ ਰੋਲ ਨਹੀਂ ਅਦਾ ਕਰ ਰਹੇ। ਉਹਦੇ ਕਈ ਕਾਰਨ ਹੈ ਜਿਹੜੇ ਆਪਾਂ ਨਹੀਂ ਇਸ ਵੇਲੇ ਡਿਸਕਸ ਕਰ ਸਕਦੇ। ਸਮਾਜ ਵਿੱਚ ਜਿਹੜਾ ਹੈਗਾ ਜਿਸ ਤਰ੍ਹਾਂ ਦੀ ਵੰਡੀ ਪਈ ਹੋਈ ਹੈ, ਜਿਸ ਤਰ੍ਹਾਂ ਦੀ ਰੋਟੀ ਕਮਾਉਣ ਦੇ ਲਈ ਜਿਹੜੀ ਜਦੋਜਹਿਦ ਚੱਲ ਰਹੀ ਹੈਗੀ ਆ, ਉਹਦੇ ਕਾਰਨ ਬੱਚੇ ਵੀ ਇਗਨੋਰ ਹੋ ਰਹੇ ਆ। ਔਰ ਰਿਜ਼ਲਟ ਕੀ ਹੈ ਕਿ ਉਹ ਜਿੰਨਾ ਟਾਈਮ ਉਹ ਗੇਮਸ ਦੇ ਉੱਤੇ ਲਾਉਂਦੇ ਆ, ਉਹਨਾਂ ਟਾਈਮ ਹੀ ਉਹਨਾਂ ਦਾ ਜਿਹੜਾ ਮਾਈਂਡ ਹੈ ਪ੍ਰਭਾਵਿਤ ਹੋ ਜਾਂਦਾ। ਔਰ ਰਿਜ਼ਲਟ ਕੀ ਨਿਕਲਦਾ ਕਿ ਹਰ ਚੌਥੇ ਦਿਨ ਕੋਈ ਨਾ ਕੋਈ ਬੱਚਾ ਬੰਦੂਕ ਚੁੱਕਦਾ ਔਰ ਮਾਰ ਧਾੜ ਦੇ ਵਿੱਚ ਪੈ ਜਾਂਦਾ। ਸੋ ਮੈਂ ਤਾਂ ਸਮਝਦਾ ਕਿ ਭਾਵੇਂ ਉਹ ਅਮਰੀਕਾ ਦੀ ਸਰਕਾਰ ਹੈ ਤੇ ਭਾਵੇਂ ਜਿਹੜੀ ਕੈਨੇਡਾ ਦੀ ਸਰਕਾਰ ਹੈ, ਇਹਨਾਂ ਨੂੰ ਇਹ ਜਿਹੜਾ ਪਹਿਲਾ ਕਲਚਰ ਹੈ, ਜਿਹੜਾ ਬੈਕਗਰਾਉਂਡ ਹੈ, ਉਹਨੂੰ ਪਹਿਲਾਂ ਕਰਨਾ ਚਾਹੀਦਾ। ਇਹ ਐਕਟੀਵਿਟੀਜ਼ ਤੇ ਨਜ਼ਰ ਰੱਖਣੀ ਚਾਹੀਦੀ ਹੈ ਔਰ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਮੌਤ ਕੀ ਹੁੰਦੀ ਆ, ਕਿਸੇ ਨੂੰ ਮਾਰਨ ਦਾ ਕੀ ਮਤਲਬ ਹੁੰਦਾ, ਖੂਨ ਦਾ ਕੀ ਮਤਲਬ ਹੁੰਦਾ। ਕਿਉਂਕਿ ਅੱਜ ਕੱਲ੍ਹ ਜਿਹੜਾ ਚੀਜ਼ ਦਿਖਾਈ ਜਾ ਰਹੀ ਆ ਉਹਦੇ ਵਿੱਚ ਇਹ ਵੀ ਨਹੀਂ ਦੱਸਿਆ ਜਾਂਦਾ ਵੀ ਉਹ ਬੰਦਾ ਕਿਹੜੀ ਜਾਤ ਦਾ, ਕਿਹੜੇ ਧਰਮ ਦਾ। ਉਹਨੂੰ ਹੁੰਦਾ ਕਿ ਇੱਕ ਤੁਰਿਆ ਜਾ ਰਿਹਾ, ਮੇਰੇ ਕੋਲ ਇੱਕ ਤਾਕਤ ਹੈਗੀ ਹੈ ਜਿਹਦੇ ਨਾਲ ਮੈਂ ਇਹਦਾ ਤੁਰਨਾ ਬੰਦ ਕਰ ਸਕਦਾ, ਇਹਨੂੰ ਮੈਂ ਖਤਮ ਕਰ ਸਕਦਾ। ਉਸ ਤੋਂ ਬਾਅਦ ਉਹਦਾ ਜਿਹੜਾ ਕੈਸਕੈਡਿੰਗ ਇਫੈਕਟ ਹੈਗਾ, ਕਲੈਕਟਿਵ ਜਿਹੜਾ ਸੁਸਾਇਟੀ ਦਾ ਇਫੈਕਟ ਹੈ, ਉਸ ਬਾਰੇ ਕਿਸੇ ਵੀ ਗੇਮ ਦੇ ਵਿੱਚ ਨਹੀਂ ਦੱਸਿਆ ਜਾਂਦਾ, ਜਿਹੜਾ ਕਿ ਦੱਸਿਆ ਜਾਣਾ ਚਾਹੀਦਾ। ਤਾਂ ਕਿ ਜਿਹੜਾ ਵੀ ਬੱਚਾ ਇਸ ਪ੍ਰੋਸੈਸ ਦੇ ਵਿੱਚ ਪੈਂਦਾ ਹੈ ਉਹ ਇੱਕ ਰਿਸਪੌਂਸਿਬਲ ਵੇ ਦੇ ਨਾਲ ਗੱਲ ਕਰੇ, ਰਿਸਪੌਂਸਿਬਲ ਵੇ ਦੇ ਨਾਲ ਉਹਨੂੰ ਪਤਾ ਹੋਵੇ ਕਿ ਜਿਹੜਾ ਕੰਮ ਮੈਂ ਕਰ ਰਿਹਾ ਇਹਦੇ ਕੌਨਸੀਕੁਐਂਸਸ ਕੀ ਹੈ। ਇਹਦਾ ਕਾਰਨ ਇਹ ਵੀ ਹੋ ਸਕਦਾ, ਜਿੱਦਾਂ ਗੌਰ ਰੇਲਵੇ ਸਟੇਸ਼ਨ ਸੀ ਮੈਟਰੋ ਦਾ ਕੈਨੇਡਾ ਵਿੱਚ, ਉੱਥੇ ਪਿਛਲੇ ਦਿਨ ਇੱਕ ਹਿੰਦੁਸਤਾਨ ਦਾ ਲੜਕਾ ਮੁੰਡਾ ਸੀ ਸਹਿਦੇਵ, ਉਹ ਵਿਚਾਰਾ ਅਚਾਨਕ ਹੀ ਉੱਥੇ ਖਲੋਤਾ ਸੀ ਤੇ ਕਿਸੇ ਨੇ ਕ੍ਰੋਸ ਫਾਇਰਿੰਗ ਹੋਈ, ਦੇ ਵਿੱਚ ਗੋਲੀ ਮਾਰੇ ਵੱਜ ਗਈ ਉਹਨੂੰ। ਔਰ ਇਹ ਵੀ ਕਾਰਨ ਹੋ ਸਕਦਾ ਮੰਨੋ ਗਿਆ ਨਾ ਕਿ ਜਿਹੜੀ ਵਿਕ ਰਹੇ ਡਰੱਗਸ ਵਿਕ ਰਹੇ ਨੇ, ਜਾਂ ਦੂਜੀ ਕਮਿਊਨਿਟੀ ਜਿਹੜੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਮਿਊਨਿਟੀਜ਼ ਦਾ, ਮਾਫੀਆ ਟਾਈਪ ਜਾਂ ਗੈਂਗਸਟਰ ਜਿਹੜੇ ਨੇ, ਉਹਨਾਂ ਦੀ ਆਪਣੀ ਖੈਬਰਬਾਜ਼ੀ ਵਿੱਚ ਆਮ ਇਨੋਸੈਂਟ ਬੰਦੇ ਵੀ ਲਪੇਟ 'ਚ ਆ ਜਾਂਦੇ ਆ। ਮੈਂ ਸ਼ਰਮਾ ਜੀ ਉਹੀ ਗੱਲ ਕਰ ਰਿਹਾ ਕਿ ਜਿਹੜਾ ਕਲਚਰ ਆਪਾਂ ਬੱਚਿਆਂ ਨੂੰ ਅੱਜ ਕੱਲ੍ਹ ਦੇ ਰਹੇ ਹਾਂ ਗੇਮਸ ਦੁਆਰਾ, ਉਹ ਇਹਨਾਂ ਬੱਚਿਆਂ ਨੂੰ ਇਨਸੈਂਸਿਟਿਵ ਬਣਾ ਰਿਹਾ। ਤੁਸੀਂ ਵੈਬ ਸੀਰੀਜ਼ ਦੇਖੋ, ਉਹਦੇ ਵਿੱਚ ਇੰਨਾ ਵਾਇਲੈਂਸ ਦਿਖਾਇਆ ਜਾਂਦਾ, ਇੰਨੀਆਂ ਗਾਲੀ ਗਲੋਚਾਂ ਕੀਤੀਆਂ ਜਾਂਦੀਆਂ ਔਰ ਮਰਨਾ, ਮਤਲਬ ਕਿ ਕਈ ਵਾਰ ਤਾਂ ਹੁੰਦਾ ਕਿ ਤੁਸੀਂ ਥੱਕ ਜਾਂਦੇ ਹੋ ਕਿ ਯਾਰ ਤੁਸੀਂ ਬਸ ਕਰੋ, ਹਰ 2 ਮਿੰਟ ਬਾਅਦ ਤੁਸੀਂ ਮਰਡਰ ਦਿਖਾ ਰਹੇ ਹੋ। ਠੀਕ ਹੈ, ਟੁੱਚ ਹੋਇਆ, ਠੀਕ ਹੈ, 1 ਮਾਰਦਾ, 2 ਮਾਰਤੇ, 10 ਮਾਰਤੇ, 20 ਮਾਰਤੇ, ਉਹਨਾਂ ਦੀ ਕੋਈ ਗਿਣਤੀ ਨਹੀਂ। ਉਸ ਤੋਂ ਬਾਅਦ ਜਿਹੜੀ ਚੀਜ਼ ਫੋਕਸ ਕਰਨੀ ਚਾਹੀਦੀ ਹੈ ਕਿ ਜੇ ਇੱਕ ਬੰਦਾ ਮਰਦਾ, ਉਹਦੇ ਨਾਲ ਜਿਹੜੀਆਂ ਹਿਊਮਨ ਭਾਵਨਾਵਾਂ ਹੈਗੀਆਂ, ਜਿਹੜੀਆਂ ਮਨੁੱਖੀ ਭਾਵਨਾਵਾਂ ਹੈਗੀਆਂ, ਉਹਨਾਂ ਤੋਂ ਸਖਣਾ ਕਰ ਦਿੱਤਾ ਗਿਆ ਸਾਰੇ ਐਪੀਸੋਡ ਨੂੰ, ਜਿਹੜਾ ਕਿ ਜ਼ਰੂਰੀ ਹੈ। ਜਦੋਂ ਤੁਸੀਂ ਇਹ ਦੇਖੋਗੇ ਨਾ ਕਿ ਇਸ ਨੂੰ ਪੀੜ ਹੋਈ, ਖੂਨ ਵਗਿਆ, ਇਹ ਹਸਪੀਟਲ ਗਿਆ, ਇਹ ਲੋਕ ਕਿੰਨੇ ਸੀ ਜਿਹੜੇ ਕਿ ਇਹਦੇ ਪਰਿਵਾਰ ਦੇ ਮੈਂਬਰ ਸੀ, ਕਿਸ ਤਰ੍ਹਾਂ ਦੀ ਰੋਜ਼ੀ ਰੋਟੀ ਖੁੱਸ ਗਈ, ਕਿੱਦਾਂ ਇਹਦਾ ਸਾਹ ਰੁਕਿਆ, ਕਿੱਦਾਂ ਇਹ ਮਰਿਆ, ਕਿੱਦਾਂ ਕਿੰਨੇ ਸਾਲ ਰਿਕਵਰੀ ਨੂੰ ਲੱਗੇ, ਔਰ ਉਸ ਦਾ ਕਿੰਨੀਆਂ ਪੁਸ਼ਤਾਂ ਤੱਕ ਉਹਦਾ ਅਸਰ ਗਿਆ। ਇਹ ਚੀਜ਼ਾਂ ਬੱਚਿਆਂ ਨੂੰ ਦਿਖਾਉਣ ਦੀ ਲੋੜ ਹੈ। ਇਹ ਕੋਈ ਗਾਜਰ ਮੂਲੀਆਂ ਨਹੀਂ ਹੈਗੀਆਂ ਜਿਨ੍ਹਾਂ ਨੂੰ ਤੁਸੀਂ ਮਾਰਤਾ ਕੱਟਦਾ ਤੇ ਤੁਸੀਂ ਅੱਗੇ ਤੁਰ ਪਏ। ਨਾਲੇ ਇਹ ਕੁਛ ਮੈਂ ਇਹ ਕਹਿਣਾ ਜੇ ਵੀ ਜੇ ਆਪਣਾ ਹੁਣ ਜੇ ਪੰਜਾਬ ਦੇ ਵਿੱਚ ਪੰਜਾਬੀ ਜਿਹੜਾ ਕਲਚਰ, ਪੰਜਾਬ ਦੇ ਯੂਥ ਜਿਹੜੀ ਹੈਗੀ ਇੱਥੇ ਕੈਨੇਡਾ ਦੇ ਵਿੱਚ, ਉਹਦੇ ਵਿੱਚ ਨਾ ਪਿਲਫਰ ਕਰ ਗਿਆ, ਪਿਲਫਟਰੇਸ਼ਨ ਦੀ ਹੋ ਗਈ ਹੈ। ਅਤੇ ਉਹ ਮੇਰੇ ਖਿਆਲ 'ਚ ਉਹਦਾ ਕੁਛ ਹਿੱਸਾ ਜਿਹੜਾ ਹੈਗਾ ਇਸ ਕਰਕੇ ਵੀ ਹੈਗਾ ਕਿ ਪੰਜਾਬੀ ਜਿਹੜੇ ਗਾਣੇ ਹੈ ਨਾ ਜਿਹੜੇ, ਉਹਨਾਂ 'ਚ ਬੰਦੂਕਾਂ ਦਿਖਾਉਂਦੇ ਆ, ਹੈ ਜੀ, ਅਤੇ ਉਹ ਬੰਦੂਕ ਦੀ ਜੇ ਦਿਖਾਲਣਗੇ ਵੀ ਤਾਂ ਗੱਲ ਵੀ ਬੰਦੂਕ ਦੀ ਕਰਨਗੇ, ਅਤੇ ਜਾਂ ਇੱਦਾਂ ਦੀ ਧੌਂਸ ਜਿਹੀ ਦੀ ਗੱਲ ਕਰਨਗੇ। ਉਹ ਇਹ ਜਿਹੜਾ ਇੱਕ ਤਰ੍ਹਾਂ ਦਾ ਕਲਚਰ ਜਿਹੜਾ ਨਾ, ਇੱਕ ਤਰ੍ਹਾਂ ਦਾ ਦੂਜੇ ਨੂੰ ਦਬਾਉਣ ਦਾ ਜਾਂ ਆਪਣੇ ਆਪ ਨੂੰ ਬਹੁਤ ਉਹ ਦੱਸਣ ਦਾ ਕਿ ਮੈਂ ਕਿਸੇ ਦੀ ਪਰਵਾਹ ਨਹੀਂ, ਉਹ ਪਿੱਛਾ ਛੱਡਦਾ ਨਹੀਂ ਪੰਜਾਬ, ਉਹ ਛੱਡਦਾ ਨਹੀਂ ਪੰਜਾਬ ਦਾ ਕਲਚਰ ਕੁਛ ਵੀ ਲੈ ਇੱਥੇ ਉਹ ਪਿੱਛਾ ਨਹੀਂ ਛੱਡਦਾ ਮੁੰਡਿਆਂ ਦੀ। ਅੱਛਾ, ਦੂਜੀ ਗੱਲ ਜਿਹੜੀ ਹੈਗੀ ਮੈਂ ਜਿਹੜੀ ਖਾਸ ਗੱਲ ਹੈ ਕਿ ਜਿਹੜਾ ਜਦ ਤੱਕ ਲਾਇਸੈਂਸਿੰਗ ਨਹੀਂ ਨਾ ਹੁੰਦੀ ਵੈਪਨਸ ਦੀ, ਜਦ ਤੱਕ ਇਹਨੂੰ ਇਹਨੂੰ ਨਹੀਂ ਖਤਮ ਕੀਤਾ ਜਾ ਸਕਦਾ। ਅਤੇ ਮੈਨੂੰ ਪਤਾ ਨਹੀਂ ਕਿ ਗੌਰਮੈਂਟ 'ਚ ਜਿਹੜੀਆਂ ਹੈਗੀਆਂ ਇੰਨਾ ਸੈਂਸਿਟਿਵ ਮਾਮਲਾ ਹੈਗਾ ਕਿ ਉਹ ਲਾਇਸੈਂਸਿੰਗ ਜਿਹੜੀ ਹੈਗੀ ਕਿਉਂ ਨਹੀਂ ਕਰਦੇ। ਉਹ ਇੱਥੇ ਉਹਦੇ ਹਿਊਮਨ ਰਾਈਟਸ ਨੂੰ ਕਹਿੰਦੇ ਵੀ ਹਿਊਮਨ ਰਾਈਟਸ ਹੈ ਜੀ, ਬੰਦੇ ਦਾ ਹੱਕ ਬਣਦਾ ਵੀ, ਲੇਕਿਨ ਉਹਦਾ ਮੈਨੂੰ ਉਹ ਲੱਗਦਾ ਕਿ ਜਿਹੜੀ ਗਨ ਇੰਡਸਟਰੀ ਆ ਉਹਦਾ ਪ੍ਰਭਾਵ ਬਹੁਤ ਆ, ਉਹਦੀ ਲੌਬੀ ਬਹੁਤ ਸਟਰੋਂਗ। ਬਿਲਕੁਲ ਠੀਕ। ਚਲੋ ਅਸੀਂ ਸੋਚਦੇ ਹਾਂ ਵੀ ਇਹ ਚੀਜ਼ ਖਤਮ ਹੋਣੀ ਚਾਹੀਦੀ ਆ। ਨਜਾਇਜ਼ ਜਿਹੜੀਆਂ ਅਨਿਆਈ ਮੌਤਾਂ ਮਰਦੇ ਆ ਉਹ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਉਹਨਾਂ ਮਾਪਿਆਂ ਦਾ ਪੁੱਛੋ ਜਿਹਨਾਂ ਲੱਖਾਂ ਰੁਪਏ ਖਰਚ ਕੇ ਬੱਚੇ ਭੇਜੇ ਹੁੰਦੇ ਆ, ਤੇ ਉਹਨਾਂ ਨੂੰ ਕਫਨ
ਏਅਰਪੋਰਟ 'ਤੇ ਰਿਸੀਵ ਕਰਨੇ ਪੈਂਦੇ ਆ, ਔਰ ਉਹਨਾਂ ਰਿਸ਼ਤੇਦਾਰਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਮਾਂ-ਬਾਪ ਨੂੰ ਜਿਹੜੇ ਪਾਲੇ ਹੁੰਦੇ ਹਨ ਬੱਚੇ ਹੀਰੇ ਵਰਗੇ, ਉਹ ਇੱਦਾਂ ਹੀ ਅਣਜਾਈ ਚਲੇ ਜਾਂਦੇ ਆ। ਇਹ ਆਪਾਂ ਨੂੰ ਸੋਚਣਾ ਪੈਂਦਾ, ਬੜਾ ਗਹਿਰਾ ਸਬਜੈਕਟ ਹੈ, ਇਹਦੇ ਗੱਲ ਕਰਾਂਗੇ ਬਾਅਦ 'ਚ ਵੀ। ਔਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ, ਸਮਾਜਿਕ ਸੰਸਥਾਵਾਂ ਨੂੰ ਅਤੇ NGOs ਨੂੰ ਵੀ ਇੰਟਰਨੈਸ਼ਨਲ ਲੈਵਲ 'ਤੇ ਇਹਦੇ ਵੱਲ ਬੜਾ ਡਿਸਕਸ਼ਨ ਜਿਹੜਾ ਕਰਨਾ ਚਾਹੀਦਾ। ਉਹ ਸਮੇਂ ਦੀ ਲੋੜ ਹੈ, ਔਰ ਜਿਹੜੀਆਂ ਇੰਟੈਲੈਕਚੁਅਲ ਸੰਸਥਾਵਾਂ ਬਣੀਆਂ ਉਹ ਵੀ ਸਮੇਂ ਦੀ ਲੋੜ ਹੈ ਕਿ ਉਹ ਇਹਦੇ ਉੱਤੇ ਵਿਚਾਰ ਵਟਾਂਦਰੇ ਕਰਕੇ ਰੈਜ਼ੋਲੂਸ਼ਨ ਪਾਸ ਕਰਕੇ ਸਰਕਾਰਾਂ ਨੂੰ ਭੇਜਣ। ਹੁਣ ਆਪਾਂ ਆਉਣੇ ਪੰਜਾਬ 'ਤੇ ਜਾਂ ਹਿੰਦੁਸਤਾਨ 'ਤੇ ਆਉਣੇ ਆ। ਸਰ ਇੰਦਰਜੀਤ ਸਿੰਘ, ਪਿੱਛੇ ਵਿਸਾਖੀ ਦਾ ਤਿਉਹਾਰ ਸੀ ਕੱਲ੍ਹ ਪਰਸੋਂ, ਹਾਂਜੀ ਹਾਂਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਾਂਜੀ ਹਾਂਜੀ ਅੰਮ੍ਰਿਤਸਰ ਹਾਜ਼ਰ ਸਨ। ਠੀਕ ਹੈ ਜੀ। ਉੱਥੋਂ ਚੀਫ ਜਸਟਿਸ ਆਫ ਇੰਡੀਆ ਹੂੰ ਉੱਥੇ ਆਏ ਸਨ। ਹੂੰ ਉਹ ਦਰਬਾਰ ਸਾਹਿਬ ਉਧਰ ਰਹੇ, ਅੰਮ੍ਰਿਤਸਰ ਰਹੇ, ਹੂੰ ਮੀਟਿੰਗ ਹੋਏਗੀ ਜਾਂ ਕੁਝ ਵੈਸੇ ਵੀ ਆਏ ਹੋਣਗੇ ਮੱਥਾ ਟੇਕਣ। ਹਾਂਜੀ ਔਰ ਗਵਰਨਰ ਸਾਹਿਬ ਵੀ ਉੱਥੇ ਸਨ, ਹਾਂਜੀ ਹਾਂਜੀ ਉਹਨਾਂ ਦਾ ਵੀ ਸੈਮੀਨਾਰ ਸਨ, ਕੋਈ ਕਿਸਾਨਾਂ ਨਾਲ ਜਾਂ ਕੋਈ ਬਾਰਡਰ ਏਰੀਏਜ਼ ਦੇ ਵਗੈਰਾ ਮੀਟਿੰਗ ਸੀ ਉਹਨਾਂ ਦੀ। ਹੂੰ ਸਰਕਾਰਾਂ ਦੇ ਕੰਮ ਹੁੰਦੇ ਆ ਮੀਟਿੰਗਾਂ ਕਰਨੀਆਂ ਵੱਡੇ ਵੱਡੇ ਲੋਕਾਂ ਦੇ। ਔਰ ਦਰਬਾਰ ਸਾਹਿਬ ਵੀ ਮਾਨ ਸਾਹਿਬ ਗਏ। ਹਾਂਜੀ ਹਾਂਜੀ ਫਿਰ ਉਹ ਜਿਹੜੀ ਮੰਡੀ ਸਾਹਿਬੋਂ ਵੀ ਗਏ, ਹੂੰ ਸੌਰੀ ਉੱਥੇ ਦਮਦਮਾ ਸਾਹਿਬ ਗਏ। ਹੂੰ ਉੱਥੇ ਵੀ ਕੁਝ ਐਲੀਗੇਸ਼ਨ ਜੇ ਲੱਗੇ, ਮੈਂ ਧਰਾਉਣੇ ਨਹੀਂ ਚਾਹੁੰਦੇ ਹੂੰ ਇਹ ਮੀਡੀਆ ਉੱਤੇ, ਹੂੰ ਉਹ ਵੀ ਬੜੇ ਗਲਤ ਸਨ। ਹੂੰ ਲੇਕਿਨ ਉਹਨਾਂ ਗੱਲਾਂ ਦੇ ਬਾਪ ਛੱਡ ਦਿੰਨੇ ਆਪਾਂ। ਹੂੰ ਜੋ ਜਲੰਧਰ ਪ੍ਰੈਸ ਕਾਨਫਰੰਸ ਹੋਈ ਹਾਂਜੀ ਹਾਂਜੀ ਤੇ ਪ੍ਰੈਸ ਵਾਲਿਆਂ ਨੇ ਇੱਕ ਸਵਾਲ ਕੀਤਾ, ਜੀ ਤੁਸੀਂ ਅੰਮ੍ਰਿਤਸਰ ਸੋ ਹੂੰ ਤੇ ਆਪਣੀ ਤੁਸੀਂ ਦਰਬਾਰ ਸਾਹਿਬ ਵੀ ਗਏ ਜੇ, ਲੇਕਿਨ ਜਲਿਆਂਵਾਲੇ ਬਾਗ 1919 ਜਿਹੜੀ ਘਟਨਾ ਘਟੀ ਔਰ ਆਜ਼ਾਦੀ ਦੇ ਪਰਵਾਨੇ ਸਨ, ਆਜ਼ਾਦੀ ਦੀ ਖਾਤਰ ਜਿਹੜੇ ਸੈਫੁਦੀਨ ਕਿਚਲੂ ਔਰ ਡਾਕਟਰ ਸਤਪਾਲ ਹੂੰ ਜਿਹੜੇ ਸਨ ਉਹਨਾਂ ਨੂੰ ਅਰੈਸਟ ਕੀਤਾ ਸੀ। ਹੂੰ ਰਾਮ ਨੌਮੀ ਦਾ ਦਿਨ ਸੀ ਮੇਰੇ ਖਿਆਲ ਉੱਧਰ, ਹੂੰ ਤੇ ਉਹ ਸਾਂਝੀ ਵਾਲਤਾ ਦੇ ਮੁਤਾਬਕ ਸਾਂਝੇ ਇਕੱਠੇ ਧਰਮਾਂ ਦਾ ਉਹ ਜਲੂਸ ਕੱਢਿਆ ਗਿਆ ਹੂੰ ਔਰ ਸਤਪਾਲ ਤੇ ਡਾਕਟਰ ਕਿਚਲੂ ਨੂੰ ਅਰੈਸਟ ਕਰਕੇ ਉਦੋਂ ਲੈ ਗਏ ਸੀ। ਉਹਦੇ ਪ੍ਰੋਟੈਸਟ ਦੇ ਵਿੱਚ ਜਲਿਆਂਵਾਲੇ ਬਾਗ, ਜਿਹੜਾ ਛੋਟਾ ਜਿਹਾ ਬਾਗ ਸੀ, ਉਹਦੇ ਇੱਕੋ ਪਾਸੇ ਰਸਤਾ ਜਾਂਦਾ ਸੀ, ਉੱਥੇ ਜਲਸਾ ਆਇਆ ਹੂੰ ਤੇ ਅੰਗਰੇਜ਼ ਨੇ ਗੋਲੀ ਚਲਾਈ ਹੂੰ ਔਰ ਸ਼ਹੀਦ ਹੋਏ ਲੋਕ। ਹਾਂਜੀ 900 ਦੇ ਕਰੀਬ ਮੇਰੇ ਸ਼ਹੀਦ ਹੋਏ ਸਨ ਲੋਕ। ਪ੍ਰੈਸ ਵਾਲਿਆਂ ਨੇ ਸਵਾਲ ਕੀਤਾ, ਜੀ ਤੁਸੀਂ ਉੱਥੇ ਅੰਮ੍ਰਿਤਸਰ ਸੋ ਤੇ ਲਾਗਿਓ ਲੰਘੇ ਜੇ, ਨਾ ਵਿਸਾਖੀ ਵਾਲਾ ਦਿਨ ਸੀਗਾ। ਵਿਸਾਖੀ ਦਾ ਦਿਨ ਸੀ, ਹੋਰ ਕੋਈ ਦਿਨ ਹੁੰਦਾ ਤੇ ਲੈਦਾ ਗੱਲ ਸੀ, ਹੂੰ ਵੀ ਉੱਥੇ ਸ਼ਹੀਦਾਂਦੀ ਦੀਆਂ ਨਹੀਂ ਗਏ ਜਲਿਆਂਵਾਲੇ ਬਾਗ, ਹੂੰ ਕੀ ਕਾਰਨ ਕਿਉਂ ਨਹੀਂ ਗਏ? ਹੂੰ ਤੇ ਮਾਨ ਸਾਹਿਬ ਦਾ ਬੜਾ ਅਟਪਟਾ ਜਿਹਾ ਜਵਾਬ ਸੀ ਹਾਂਜੀ ਹਾਂਜੀ ਵੀ ਮੇਰੀ ਮਰਜ਼ੀ, ਅੱਛਾ ਹੂੰ ਵੀ ਮੇਰੀ ਮਰਜ਼ੀ, ਮੈਂ ਜਾਵਾਂ ਨਾ ਜਾਵਾਂ। ਹੂੰ ਇਹ ਬੜਾ ਅਜੀਬੋ-ਗਰੀਬ ਸਵਾਲ ਸੀ। ਹੂੰ ਉੱਥੇ ਸਵਾਲ ਇਹ ਉੱਠਦਾ ਹੂੰ ਵੀ ਇੱਕ ਪਾਸੇ ਤੇ ਮਾਨ ਸਾਹਿਬ ਭਗਤ ਸਿੰਘ ਦੀ ਸਮਾਧੀ ਦੇ ਸਹੁੰ ਨਹੀਂ ਚੁੱਕਦੇ, ਹੂੰ ਔਰ ਭਗਤ ਸਿੰਘ ਇੱਕ ਐਸੇ ਸ਼ਹੀਦ ਨੇ ਜਿਨ੍ਹਾਂ ਨੂੰ ਲੈਫਟ ਵਾਲੇ ਵੀ ਭਜਾਈ ਫਿਰਦੇ ਆ, ਆਪਣੇ ਪਾਸ ਖਿੱਚੀ ਫਿਰਦੇ ਆ, ਹੂੰ ਅਕਾਲੀ ਵੀ ਆਪਣੇ ਵੱਲ ਖਿੱਚੀ ਫਿਰਦੇ ਆ, ਹੂੰ ਤੇ RSS ਵਾਲੇ ਵੀ ਆਪਣੇ ਵੱਲ ਖਿੱਚੀ ਫਿਰਦੇ ਆ, ਹੂੰ ਤੇ ਕਾਂਗਰਸ ਵਾਲੇ ਵੀ ਥੋੜਾ ਦੱਬੇ ਜੇ ਹੂੰ ਉਹ ਵੀ ਖਿੱਚੀ ਫਿਰਦੇ, ਕਿਉਂਕਿ ਗਾਂਧੀ ਉਹਨਾਂ ਦੇ ਜ਼ਿਆਦਾ ਹੈਵੀ ਸਨ। ਹੂੰ ਔਰ ਇਹ ਲੈਗਸੀ ਜਿਹੜੀ ਹਿੰਦੁਸਤਾਨ ਦੀ ਆਜ਼ਾਦੀ ਦੀ, ਹੂੰ ਉਹ ਕਾਂਗਰਸੀ ਕਹਿੰਦੇ ਅਸੀਂ ਬੜੇ ਨੰਬਰਦਾਰ ਸਨ, ਇਹਦੇ ਨੰਬਰਦਾਰ ਸਨ। ਹੂੰ ਲੇਕਿਨ ਜਿਹੜੀਆਂ ਚੀਜ਼ਾਂ ਹੁਣ ਵਾਪਰ ਰਹੀਆਂ ਨੇ ਹੂੰ ਕਾਂਗਰਸੀਆਂ ਤੇ ਬਾਅਦ ਚ ਆਵਾਂਗੇ, ਆਪਾਂ ਗੱਲਬਾਤ ਕਰਾਂਗੇ, ਇਹ ਚੀਜ਼ਾਂ ਵਾਪਰ ਰਹੀਆਂ ਤੇ ਇਹਦਾ ਮਤਲਬ ਜਿਹੜੀ ਦੇਸ਼ ਦੀ ਆਜ਼ਾਦੀ ਦਾ ਜਿਹੜੀ ਹੋਈ, ਜਿਹੜੇ ਸਾਨੂੰ ਸਿੰਪਟਮ ਮਿਲਦੇ ਨੇ ਜਲਿਆਂਵਾਲਾ ਬਾਗ ਜਾਂ ਕਈ ਸ਼ਹੀਦੀ ਸਮਾਰਕਾਂ ਨੇ, ਸੈਣੀ ਵਾਲਾ ਆ, ਬੰਗਾ ਪਿੰਡ ਆ, ਇਹਨਾਂ ਦਾ ਫਿਰ ਵਾਲੀਵਾਰਸ ਕੌਣ ਆ? ਜੇ ਅਸੀਂ ਇਹਨਾਂ ਨੂੰ ਇੱਦਾਂ ਦੇ ਜਵਾਬ ਦੇਵਾਂਗੇ ਤੇ ਕਿਹੜਾ ਇਸ ਵੇਲੇ ਨੇਤਾ ਆ ਜਿਹੜਾ ਇਹਨਾਂ ਚੀਜ਼ਾਂ ਦੀ ਨੂੰ ਕਰੇਗਾ, ਤਰੀਕੇ ਨਾਲ ਗੱਲ ਕਰੇਗਾ? ਤੇ ਜੇ ਵਿੱਚ ਕਿਹੜੀ ਜਿਹੜੀ ਹੈਗੀ ਭਗਤ ਸਿੰਘ ਦੀ ਵਿਚਾਰਧਾਰਾ, ਉਹ ਲਵਾਰਸ ਛੱਡੀ ਹੈ। ਭਗਤ ਸਿੰਘ ਨੇ ਜਿਹੜੀ ਵਿਚਾਰਧਾਰਾ ਦਿੱਤੀ ਸਮਾਜ 'ਚ, ਕੀ ਅਸੀਂ ਉਹਦਾ ਪਹਿਰਾ ਦੇ ਰਹੇ ਹਾਂ? ਕੀ ਇਹ ਗੱਲ ਕਰ ਰਹੇ ਹਾਂ? ਜਾਂ ਜਿਸ ਤਰ੍ਹਾਂ ਭਗਵੰਤ ਸਿੰਘ ਮਾਨ ਗੱਲ ਕਰਦੇ ਨੇ, ਭਗਤ ਸਿੰਘ ਦੀ ਸਮਾਧੀ ਤੇ ਗੱਲਾਂ ਹੋਰ ਸਨ 16 ਪਿਛਲੇ ਮਹੀਨੇ ਫਰਵਰੀ ਨੂੰ, ਮਾਰਚ ਨੂੰ ਹੋਇਆ ਸੀ, 16 ਮਾਰਚ ਨੂੰ ਸਹੁੰ ਚੁੱਕੀ ਜਦੋਂ, ਉਦੋਂ ਗੱਲਾਂ ਹੋਰ ਸਨ। ਅੱਜ ਜਦੋਂ ਜਲਿਆਂਵਾਲੇ ਬਾਗ ਦੀ ਗੱਲ ਕੀਤੀ ਜਾਂਦੀ ਹੈ, ਉਦੋਂ ਜਿਹੜੀ ਗੱਲ ਇਹਦੀ ਬਾਡੀ ਲੈਂਗੁਏਜ ਆ ਇਹਦੀ ਭਗਵੰਤ ਮਾਨ ਦੀ, ਉਹ ਡਿਫਰੈਂਟ ਟਾਈਪ ਦੀ ਆ।
ਔਰ ਦੁੱਖ ਜਿਹਾ ਵੀ ਹੁੰਦਾ। ਇਹਦੇ ਬਾਰੇ ਕੋਈ ਦੱਸੋ ਵੀ ਕੀ ਇਹ ਕਿਸ ਤਰ੍ਹਾਂ ਦਾ ਚੱਲ ਰਿਹਾ ਮਾਹੌਲ ਪੈਦਾ ਹੋ ਰਿਹਾ, ਕੌਣ ਹੈ ਇਹਦਾ ਵਿਰਾਸਤ ਦਾ ਮਾਲਕ, ਕੌਣ ਹੈ ਇਹਨਾਂ ਸ਼ਹੀਦਾਂ ਦਾ ਵਿਰਾਸਤ ਦਾ ਲੀਡਰ ਜਿਨ੍ਹਾਂ ਨੇ ਇਹਨਾਂ ਲੋਕਾਂ ਵਾਸਤੇ ਕੁਰਬਾਨੀਆਂ ਕੀਤੀਆਂ। ਉਹ ਸਾਡੇ ਜਵਾਬ ਨੇ ਵੀ ਮੇਰੀ ਮਰਜ਼ੀ। ਇਹਦੇ ਬਾਰੇ ਕੁਝ ਦੱਸੋ। ਦੇਖੋ ਆਪਣਾ ਸ਼ਰਮਾ ਜੀ, ਜਿਹੜੀ ਗੱਲ ਤੁਸੀਂ ਭਗਵੰਤ ਮਾਨ ਉਹਨਾਂ ਦੇ ਬਾਰੇ ਕੀਤੀ ਹੈ ਉਹ ਮੈਂ ਵੀ ਸੁਣੀ ਹੈ, ਔਰ ਮੈਨੂੰ ਵੀ ਬੜੀ ਹੈਰਾਨੀ ਹੋਈ ਹੈ ਸੁਣ ਕੇ ਕਿ ਬਤੌਰ CM ਪੰਜਾਬ ਉਹਨਾਂ ਦਾ ਇਹ ਕਹਿਣਾ ਕਿਸੇ ਵੀ ਪਾਸਿਓਂ ਸਹੀ ਨਹੀਂ ਆ। ਪਹਿਲਾਂ ਤਾਂ ਆਪਣੀ ਇਹ ਗੱਲ ਹੈ। ਹੁਣ ਜੇ ਆਪਾਂ ਇੱਕ ਜਨਰਲ ਟ੍ਰੈਂਡ ਦੇਖੀਏ ਤਾਂ ਸ਼ਰਮਾ ਜੀ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ, ਠੀਕ ਹੈ, ਜਿਨ੍ਹਾਂ ਨੇ ਇੱਕ ਸਟਰਗਲ ਲੜੀ ਸੀ, ਠੀਕ ਹੈ, ਇਹ ਹਿਊਮ ਵੱਲੋਂ ਇਹਨੂੰ ਸਥਾਪਿਤ ਕੀਤਾ ਗਿਆ ਸੀ, ਔਰ ਉਹਨਾਂ ਨੇ ਜਦੋਂ ਸਥਾਪਿਤ ਕੀਤਾ ਗਿਆ ਸੀ ਤਾਂ ਉਹਨੂੰ ਇੱਕ ਤੁਸੀਂ ਕਹਿ ਲਓਗੇ ਵੀ ਇੱਕ ਜਿਹੜੀਆਂ ਤੁਹਾਡੀਆਂ ਪੈਂਟ ਆਫ ਫੀਲਿੰਗਸ ਹੈਗੀਆਂ ਉਹਨਾਂ ਦੇ ਐਕਸਪ੍ਰੈਸ ਕਰਨ ਦਾ ਇੱਕ ਜ਼ਰੀਆ ਬਣਾਇਆ ਸੀ, ਤਾਂ ਕਿ ਮੁੜ ਕੇ 1857 ਵਾਲਾ ਜਿਹੜਾ ਗਦਰ ਹੈ ਰਿਫਾਰਮਿੰਗ, ਉਹ ਅੰਗਰੇਜ਼ਾਂ ਨੂੰ ਨਾ ਸਾਹਮਣਾ ਕਰਨਾ ਪਏ। ਟਾਈਮ ਟੂ ਟਾਈਮ ਉਹਨਾਂ ਨੂੰ ਲੋਕਾਂ ਦੀਆਂ ਜਿਹੜੀ ਭਾਵਨਾਵਾਂ ਹੈਗਾ ਉਹਦਾ ਪਤਾ ਲੱਗਦਾ ਰਹੇ। ਇੱਕ ਸੇਫਟੀ ਵੈਲਵ ਦੇ ਤੌਰ ਤੇ ਇਹਨੂੰ ਇਸਤੇਮਾਲ ਕੀਤਾ ਗਿਆ ਸੀ। ਔਰ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀ ਉਹਦੇ ਵਿੱਚ ਹਰ ਧਰਮ, ਹਰ ਜਾਤ, ਹਰ ਵਿਚਾਰਧਾਰਾ ਦੇ ਬੰਦੇ ਸੀ ਜਿਨ੍ਹਾਂ ਨੇ ਕਿ ਸਟਰਗਲ ਲੜੀ। ਸਟਰਗਲ ਲੜਨ ਤੋਂ ਬਾਅਦ ਉਹ ਪਾਵਰ ਚਾਹੇ ਟ੍ਰਾਂਸਫਰ ਆਫ ਪਾਵਰ ਹੋਈ ਔਰ ਦੇਸ਼ ਆਜ਼ਾਦ ਹੋਇਆ। ਇਹ ਠੀਕ ਹੈ, ਮੰਦਭਾਗਾ ਕਿ ਉਸ ਵੇਲੇ ਪਾਰਟੀਸ਼ਨ ਹੋ ਗਈ, ਬਹੁਤ ਵੱਡਾ ਦੁਖਾਂਤ ਹੋਇਆ। ਹੁਣ ਕੁਐਸਚਨ ਇਹ ਹੈ ਕਿ ਜਿਹੜੀ ਇਹ ਹੈਰੀਟੇਜ ਹੈ ਇੰਡੀਆ ਦੀ ਫਰੀडम ਸਟਰਗਲ ਦੀ, ਅੱਗੇ ਮੰਨਿਆ ਜਾਂਦਾ ਸੀ ਕਿ ਇਹ ਜਿਹੜੀ ਫਰੀडम ਸਟਰਗਲ ਦੀ ਜਿਹੜੀ ਹੈਰੀਟੇਜ ਹੈ, ਇਹਦੇ ਜਿਹੜੇ ਕਸਟੋਡੀਅਨ ਹੈ, ਜਿਹੜੇ ਇਸ ਦੀ ਸਾਂਭ ਸੰਭਾਲ ਕਰਨ ਵਾਲੇ ਹੈ, ਉਹ ਇੰਡੀਅਨ ਨੈਸ਼ਨਲ ਕਾਂਗਰਸ ਹੈ, ਠੀਕ ਹੈ। ਔਰ ਚੰਗੀ ਗੱਲ ਇਹ ਵੀ ਹੁੰਦੀ ਸੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਕਿਉਂਕਿ ਪਾਵਰ 'ਚ ਹੁੰਦੀ ਸੀ, ਪਾਵਰ 'ਚ ਜਿਹੜੀ ਵੀ ਪਾਰਟੀ ਹੁੰਦੀ ਹੈ ਉਹਦੇ ਕੋਲ ਜ਼ਿਆਦਾ ਅਖਤਿਆਰ ਹੁੰਦੇ ਆ ਉਸ ਨੂੰ ਸੰਭਾਲਣ ਦੇ। ਉਹਦੇ ਤਹਿਤ ਗਾਂਧੀ ਦੇ ਮਿਊਜ਼ੀਅਮ ਵੀ ਬਣੇ, ਉਹਦੀ ਸੋਚ ਵੀ, ਨਹਿਰੂ ਦੇ ਵੀ ਬਣੇ, ਪਟੇਲ ਦੇ ਵੀ ਬਣੇ, ਸਾਰਿਆਂ ਦੀ ਜੋ ਵੀ ਸੋਚ ਹੈਗੀ ਸੀ, ਭਗਤ ਸਿੰਘ ਦੀ ਸੋਚ ਨੂੰ ਵੀ ਪ੍ਰੀਜ਼ਰਵ ਕੀਤਾ ਗਿਆ, ਅੰਬੇਦਕਰ ਸਾਹਿਬ ਦੇ ਵੀ। ਔਰ ਉਹਦੇ ਵਿੱਚ ਜਿਹੜੀ ਖਾਸ ਗੱਲ ਹੁੰਦੀ ਸੀ ਕਿ ਠੀਕ ਹੈ ਕਿ ਅੱਜ ਇਹ ਵੀ ਬਲੇਮ ਲੱਗਦਾ ਕਿ ਉਸ ਵੇਲੇ ਜਿਹੜੀ ਐਜੂਕੇਸ਼ਨ ਦੇ ਵਿੱਚ ਜਿਹੜੀ ਲੈਫਟ ਆਈਡੀਓਲੋਜੀ ਆ ਉਹਨੂੰ ਪ੍ਰੌੜਤਾ ਦਿੱਤੀ ਗਈ। ਉਹਦਾ ਖਾਸ ਕਾਰਨ ਇਹ ਸੀ ਕਿਉਂਕਿ ਜਿਹੜੀਆਂ ਅੱਜ ਦੀਆਂ ਫੋਰਸਸ ਹੈਗੀਆਂ ਉਹ ਕਹਿੰਦੀਆਂ ਸੀ ਕਿ ਉਸ ਵੇਲੇ ਤੁਸੀਂ ਸੈਕੂਲਰਿਜ਼ਮ ਦਾ ਨਾਰਾ ਦਿੱਤਾ। ਮੈਂ ਸਮਝਦਾ ਕਿ ਜੇ ਉਹ ਸੈਕੂਲਰਿਜ਼ਮ ਦਾ ਨਾਰਾ ਨਾ ਦਿੱਤਾ ਜਾਂਦਾ ਤੇ ਸ਼ਾਇਦ ਫਰੀडम ਸਟਰਗਲ ਲੜੀ ਨਾ ਜਾਂਦੀ। ਸੈਕੂਲਰ ਹੈ ਸੀ ਤਾਂ ਹੀ ਇਕੱਠੇ ਹੋਏ ਤਾਂ ਲੜੀ ਗਈ। ਯੂ نو ਫਰੀडम ਸਟਰਗਲ ਜਿਹੜੀ ਸੀ ਉਹਦਾ ਆਧਾਰ ਹੀ ਸੈਕੂਲਰਿਜ਼ਮ ਹੈਗਾ ਸੀ। ਇਸ ਕਰਕੇ ਨਾ ਇਹ ਲੈਫਟ ਦੀ ਲੜਾਈ ਸੀ, ਨਾ ਇਹ ਰਾਈਟ ਦੀ ਲੜਾਈ ਸੀ, ਲੋਕਾਂ ਦੀ ਲੜਾਈ ਸੀ, ਜਿਹਦੇ ਵਿੱਚ ਕਿ ਉਹਨਾਂ ਨੇ ਕਿਸੇ ਆਈਡੀਓਲੋਜੀ ਨੂੰ ਨਾ ਪੂਰਦੇ ਹੋਏ ਉਹਨਾਂ ਨੇ ਜਿਹੜੇ ਦੇਸ਼ ਦੇ ਦੁਸ਼ਮਣ ਹੈਗੇ ਸੀ, ਜਿਹੜੇ ਸਰਮਾਏਦਾਰ ਸੀ, ਜਿਹੜੇ ਬਾਹਰਲੀਆਂ ਫੋਰਸਸ ਹੈਗੇ ਸੀ, ਇੰਪੀਰੀਅਲਿਸਟ ਫੋਰਸਸ, ਉਹਨਾਂ ਨੂੰ ਇੰਪੀਰੀਅਲਿਸਟ ਫੋਰਸਸ ਨੂੰ ਇੱਥੋਂ ਕੱਢਣ ਦੇ ਵਿੱਚ ਉਹ ਕਾਮਯਾਬ ਹੋ ਗਏ। ਉਹਦੇ ਵਿੱਚ ਬੰਬਾਂ ਦਾ ਵੀ ਇਸਤੇਮਾਲ ਹੋਇਆ, ਸੋਚ ਦਾ ਵੀ ਇਸਤੇਮਾਲ ਹੋਇਆ, ਭਾਸ਼ਣ ਦਾ ਵੀ ਇਸਤੇਮਾਲ ਹੋਇਆ, ਗਾਂਧੀ ਦੀ ਜਿਹੜੀ ਪੈਸਿਵ ਰੈਜ਼ਿਸਟੈਂਸ ਹੈਗੀ ਆ ਨਾਨ ਵਾਇਲੈਂਸ ਦੀ, ਉਹਦਾ ਵੀ ਇਸਤੇਮਾਲ ਹੋਇਆ। ਇੱਕ ਨਵੀਂ ਔਰ ਲੋਕਾਂ ਨੇ ਜੇਲਾਂ ਵੀ ਭਰੀਆਂ, ਲਾਠੀਆਂ ਵੀ ਖਾਧੀਆਂ, ਆਪਣੀਆਂ ਜਾਨਾਂ ਵੀ ਦਿੱਤੀਆਂ, ਜਿਹੜੀਆਂ ਫਾਂਸੀ ਦੇ ਰੱਸੇ ਵੀ ਚੁੰਮੇ, ਸਾਰਾ ਕੁਝ ਕੀਤਾ। ਇਹੋ ਜਿਹੀ ਇਹਦੇ ਵਿੱਚ ਕੋਈ ਕਸਰ ਨਹੀਂ। ਇੱਕ ਨਵੀਂ ਡਾਕਟਰੀਨ ਦੀ ਇੱਕ ਐਕਸਪੈਰੀਮੈਂਟ ਹੋਇਆ ਜਿਹਦਾ ਨਾਨ ਵਾਇਲੈਂਟ ਦਾ, ਬਿਲਕੁਲ ਵਰਡ ਦੇ ਵਿੱਚ। ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਅਸੀਂ ਇਸ ਮੁਕਾਮ ਤੇ ਆ ਗਏ ਹਾਂ ਕਿ ਲੱਗਦਾ ਹੈ ਕਿ ਕੀ ਜਿਹੜੀ ਉਹ ਫਰੀडम ਸਟਰਗਲ ਦੀ ਜਿਹੜੀ ਹੈਰੀਟੇਜ ਸੀ ਉਹ ਕਿਤੇ ਗੁੰਮ ਤਾਂ ਨਹੀਂ ਗਈ, ਜਾਂ ਅਸੀਂ ਗੁਮਾ ਤਾਂ ਨਹੀਂ ਦਿੱਤੀ, ਜਾਂ ਉਹਨਾਂ ਨੂੰ ਸੰਭਾਲਣ ਵਾਲਾ ਕੌਣ ਹੈ? ਹੁਣ ਜਦੋਂ ਅਸੀਂ ਕਾਂਗਰਸ ਦਾ ਹਾਲ ਦੇਖਦੇ ਹਾਂ, ਜਿਸ ਤਰ੍ਹਾਂ ਦੀ ਉਹ ਰੈਂਪੈਂਟ ਕਰਪਸ਼ਨ ਦੇ ਵਿੱਚ ਫਸੀ ਹੋਈ ਸੀ, ਜਿਸ ਤਰ੍ਹਾਂ ਦਾ ਉਹਦਾ ਮੈਜੋਰਟੀ ਕਮਿਊਨਲਿਜ਼ਮ ਦਾ ਜਿਹੜਾ ਦਾ ਪੇਚ ਉਹ ਖੇਡਦੇ ਰਹੇ, 84 ਦੇ ਦੰਗੇ ਹੋਏ, ਇਹ ਹੋਏ, ਉਹ ਹੋਏ, ਯੂ نو, ਔਰ ਜਿਸ ਤਰ੍ਹਾਂ ਦੀ ਉਹ ਕਰਪਸ਼ਨ 'ਚ ਲਪੇਟੀ ਪਈ ਹੈ, ਯੂ نو, ਔਰ ਜਿਸ ਤਰ੍ਹਾਂ ਦੀ ਅੱਜ ਕੱਲ੍ਹ ਉਹਦੀ ਹਾਲਤ ਹੈਗੀ ਹੈ, ਯੂ نو, ਮੈਨੂੰ ਕਈ ਵਾਰ ਲੱਗਦਾ ਕਿ ਜਿਹੜੀ ਫਰੀडम ਸਟਰਗਲ ਹੈਗੀ ਹੈ ਇਸ ਨੂੰ ਸੰਭਾਲਣ ਵਾਲੀ ਪਾਰਟੀ ਕਿਹੜੀ ਰਹਿ ਗਈ? ਨਹੀਂ, ਹੁਣ ਜੇ ਆਪਾਂ ਉਹਦੀ ਆਪੋਜ਼ਿਟ ਪਾਰਟੀ ਦੇਖਦੇ ਆ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ, ਉੱਥੇ ਮੈਂ ਆਉਣਾ ਨਹੀਂ ਸ਼ਰਮਾ ਜੀ, ਮੈਂ ਥੋੜਾ ਜਿਹਾ ਐਕਸਪਲੇਨ ਕਰ ਲੈਣ ਦਿਓ। ਜਿਹੜੀ ਆਪੋਜ਼ਿਟ ਪਾਰਟੀ ਹੈ, ਜਿੱਦਾਂ ਹੁਣ ਬੀਜੇਪੀ ਅੱਜ ਕੱਲ ਰੂਲਿੰਗ ਹੈਗੀ ਹੈ, ਉਹ ਤੇ ਉਹਨਾਂ ਦੇ ਖਿਲਾਫ ਲੜਦੇ ਪਏ ਸੀ। ਉਹ ਕਹਿੰਦੇ ਸੀ ਕਿ ਅੰਗਰੇਜ਼ ਜਿੰਨਾ ਇੱਥੇ ਜ਼ਿਆਦਾ ਰਹਿਣਗੇ ਉਹ ਦੇਸ਼ ਲਈ ਚੰਗਾ।
ਠੀਕ ਹੈ ਕਿ ਨਹੀਂ। ਹੁਣ ਇਹ ਸੋਚ ਵਾਲੇ ਜਿਹੜੇ ਬੰਦੇ ਹੁਣ ਪਾਵਰ 'ਚ ਆ ਗਏ, ਠੀਕ ਹੈ, ਔਰ ਉਹਨਾਂ ਦੀ ਕੋਸ਼ਿਸ਼ ਹੈ ਵੀ ਕਿਸੇ ਤਰੀਕੇ ਨਾਲ ਹਿਸਟਰੀ ਨੂੰ ਡਿਸਟੋਰਟ ਕੀਤਾ ਜਾਏ, ਠੀਕ ਹੈ, ਸਿਲੈਕਟਿਵ ਰੀਡਿੰਗ ਕੀਤੀ ਜਾਏ ਹਿਸਟਰੀ ਦੀ, ਠੀਕ ਹੈ। ਮੈਂ ਹਿਸਟਰੀ ਦੀ ਗੱਲ ਕਰ ਲਾਂਗਾ ਤੁਹਾਡੀ, ਫਿਰ ਇੱਥੋਂ ਗੱਲ ਬਤੂਰੀ ਕਰ ਰਹੇ। ਹਾਂ ਚਲੋ ਦੇਖੋ ਹੁਣ ਅੱਜ ਕੱਲ੍ਹ ਬੜਾ ਚੱਲ ਰਿਹਾ, ਬੜੀ ਆਸੋ ਹੀ ਨਹੀਂ ਜੀ ਗੱਲ ਆ, ਹਾਂਜੀ WhatsApp ਯੂਨੀਵਰਸਿਟੀ ਜਿਹਨੂੰ ਆਪਾਂ ਕਹਿੰਦੇ ਆ, ਹਾਂਜੀ ਉਹਦੇ ਵਿੱਚ ਹੁਣ ਇਹਨਾਂ ਨੇ ਬੜਾ ਪ੍ਰਚਾਰ ਕੀਤਾ ਜਾ ਰਿਹਾ ਵੀ ਜਿਹੜੇ ਲਾਰਡ ਮਾਊਂਟ ਬੈਟਨ ਸਨ ਔਰ ਉਹਨਾਂ ਦੀ ਵਾਈਫ ਸੀ ਐਡਮਿਰਾ ਇਹ ਤੇ ਜਿਹੜੇ ਹੈਗੇ ਸੀ ਉਹ ਜਿਨ੍ਹਾਂ ਤੇ ਜਵਾਹਰ ਲਾਲ ਨਹਿਰੂ ਕਲਾਸ ਫੈਲੋ ਸਨ, ਤਿੰਨੋਂ ਕਲਾਸ ਫੈਲੋ ਸਨ। ਔਰ ਉਹਦੀ ਇਹ ਹੈਗੀ ਸੀ ਉਹਦੀ ਵਾਈਫ ਲੇਡੀ ਹੈਗੀ ਲੇਡੀ ਮਾਊਂਟਬੈਟਨ, ਲੇਡੀ ਮਾਊਂਟਬੈਟਨ, ਕਿਉਂਕਿ ਦੋਨਾਂ ਨਾਲ ਪਿਆਰ ਕਰਦੀ ਸੀ, ਜਿਨ੍ਹਾਂ ਨਾਲ ਵੀ ਤੇ ਨਹਿਰੂ ਨਾਲ ਵੀ। ਤੇ ਉਹਨੇ ਕਿਹਾ ਵੀ ਨਹੀਂ ਆਪਾਂ 2 ਪ੍ਰਾਈਮ ਮਿਨਿਸਟਰ ਵੇਖਣੀ ਚਾਹੁੰਦੇ ਆ, ਦੋਵਾਂ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ, ਦੋਨਾਂ ਚਾਹੁੰਦੇ। ਇਹ ਯੂਨੀਵਰਸਿਟੀ ਜੇ ਤੁਸੀਂ ਹਿਸਟਰੀ ਦੀ ਕੀਤੀ ਗੱਲ, ਜਿਹੜੀ ਕਿੱਦਾਂ ਡਿਸਟੋਰਟਡ ਕਰਕੇ ਇਤਿਹਾਸ ਦਿੱਤਾ ਜਾ ਰਿਹਾ, ਜਦ ਕਿ ਜਿਹੜਾ ਜਿਨ੍ਹਾਂ ਸੀ ਉਹ ਐਡਾ ਵੱਡਾ ਸੀ ਵੀ ਉਦੋਂ ਨਹਿਰੂ 6 ਸਾਲ ਦਾ ਸੀ, 3 ਸਾਲ ਦਾ ਸੀ, 3 ਜਾਂ 6 ਸਾਲ ਦਾ। ਤੇ ਜਿਹੜੀ ਲੇਡੀ ਮਾਊਂਟਬੈਟਨ ਸੀ ਉਹ ਕਿਤੇ ਵੱਡੀ ਸੀ ਉਹਨਾਂ ਨੂੰ, ਉਹ ਤਾਂ ਜੰਮੀ ਨਹੀਂ ਸੀ ਅਜੇ, ਮੈਂ ਜੰਮੀ ਨਹੀਂ ਸ਼ਾਇਦ ਹੈ। ਤੇ ਵੇਖੋ ਕਿੱਦਾਂ ਤੁਹਾਡੇ ਹੁਣ ਇੱਥੇ ਤੁਹਾਨੂੰ ਗੱਲ ਵਧਾ ਰਿਹਾ, ਤੁਸੀਂ ਉੱਥੇ ਗੱਲ ਕਰੋ ਵੀ ਕਿਸ ਤਰ੍ਹਾਂ ਹਿਸਟਰੀ ਨੂੰ ਡਿਸਟੋਰਟਡ ਕੀਤਾ ਜਾ ਰਿਹਾ। ਉਹਦੇ 'ਚ ਸ਼ਰਮਾ ਜੀ ਜਿਹੜੀ ਚੀਜ਼ ਦਾ ਮੈਂ ਮਹਿਸੂਸ ਕਰ ਰਿਹਾ ਹੈਗਾ ਅੱਜ, ਉਹ ਇਹ ਹੈਗਾ ਕਿ ਇੱਕ ਤਾਂ ਹੈ ਕਿ ਜੇ ਉਸੇ ਤਰੀਕੇ ਨਾਲ ਜਿਸ ਤਰੀਕੇ ਦੇ ਨਾਲ ਫਰੀडम ਸਟਰਗਲ ਲੜੀ ਗਈ ਔਰ ਜਿਸ ਤਰੀਕੇ ਨਾਲ ਉਹ ਇਤਿਹਾਸ ਦੇ ਪੰਨਿਆਂ 'ਚ ਬੰਦ ਹੈ, ਜੇ ਉਹਨੂੰ ਉੱਥੇ ਤੱਕ ਹੀ ਰੱਖਿਆ ਜਾਂਦਾ ਤੇ ਮੈਂ ਮਹਿਫੂਜ਼ ਫੀਲ ਕਰਨਾ ਸੀ, ਮੈਂ ਸੁਰੱਖਿਅਤ ਫੀਲ ਕਰਨਾ ਸੀ। ਪਰ ਅੱਜ ਕੀ ਹੋ ਰਿਹਾ ਕਿ ਫਿਲਮਾਂ ਦੁਆਰਾ, ਕਲਚਰ ਇੰਡਸਟਰੀ ਦੁਆਰਾ ਜਾਂ ਹੋਰ ਮਾਧਿਅਮ ਦੁਆਰਾ ਉਸ ਨੂੰ ਡਿਸਟੋਰਟ ਕੀਤਾ ਜਾ ਰਿਹਾ। ਉਹਦੇ ਅੰਦਰ ਜਿਹੜੀਆਂ ਇੰਟਰਪ੍ਰੀਟੇਸ਼ਨ ਦਿੱਤੀਆਂ ਜਾ ਰਹੀਆਂ, ਉਹਨੂੰ ਨਵੀਆਂ ਇੰਟਰਪ੍ਰੀਟੇਸ਼ਨ ਦਿੱਤੀਆਂ ਜਾ ਰਹੀਆਂ। ਔਰ ਜੇ ਉਹ ਇਤਿਹਾਸ ਦੇ ਫੈਕਟਸ ਦੇ ਬੇਸ ਦੇ ਉੱਤੇ ਉਹਦੀ ਇੰਟਰਪ੍ਰੀਟੇਸ਼ਨ ਕੀਤੀ ਜਾਏ, ਮੈਨੂੰ ਉਸ ਦਾ ਕੋਈ ਆਬਜੈਕਸ਼ਨ ਨਹੀਂ। ਪਰ ਜਦੋਂ ਤੁਸੀਂ ਇਤਿਹਾਸ ਮੁੜ ਕੇ ਆਪਣਾ ਰਚਨਾ ਸ਼ੁਰੂ ਕਰ ਦਿੰਦੇ ਹੋ, ਜਾਂ ਇਤਿਹਾਸ ਦੀ ਜਿਹੜੀ ਰੀਡਿੰਗ ਹੈ ਉਹ ਸਿਲੈਕਟਿਵ ਕਰਨੀ ਸ਼ੁਰੂ ਕਰ ਦਿੰਦੇ ਹੋ, ਜਾਂ ਉਹਦੇ ਨਾਮ ਜਿਹੜੇ ਆ ਬਦਲਣੇ ਸ਼ੁਰੂ ਕਰ ਦਿੰਦੇ ਹੋ, ਜਿੱਦਾਂ ਤੁਸੀਂ ਇੱਕ WhatsApp ਯੂਨੀਵਰਸਿਟੀ ਦੀ ਐਗਜ਼ਾਮਪਲ ਦਿੱਤੀ ਹੈ, ਐਦਾਂ ਦੇ ਭਾਸ਼ਣ ਜਿਹੜੇ ਆ ਜੇ ਤੁਸੀਂ ਅੱਜ ਕੱਲ੍ਹ ਦੇ ਜਿਹੜੇ ਲੀਡਰ ਆ ਉਹਨਾਂ ਦੇ ਸੁਣੋ ਤੇ ਤੁਹਾਨੂੰ ਹਾਸਾ ਆਏਗਾ ਕਿ ਕਈ ਵਾਰ ਕਈ ਮੁਲਾਕਾਤਾਂ ਸਾਡੇ ਜਿਹੜੇ ਸਾਡੇ ਗੁਰੂ ਸਾਹਿਬਾਨ, ਗੁਰੂ ਨਾਨਕ ਦੇਵ ਜੀ ਹੋਏ ਆ, ਉਹਨਾਂ ਦੀਆਂ ਕਈ ਮੁਲਾਕਾਤਾਂ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਹੈ ਉਹਨਾਂ ਨਾਲ ਕਰਾਈਆਂ ਹੋਈਆਂ। ਔਰ ਉਹਨਾਂ ਨੂੰ ਜਿਹੜੇ ਭਾਸ਼ਣ ਦੇਣ ਵਾਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ, ਜਦੋਂ ਉਹਨਾਂ ਦਾ ਮਤਲਬ ਕਿ ਜਨਮ ਦਿਨ ਸੈਲੀਬ੍ਰੇਟ ਕੀਤਾ ਜਾ ਰਿਹਾ ਸੀ, ਤਾਂ ਉਹ ਐਸੀਆਂ ਚੀਜ਼ਾਂ ਆਪਸ ਵਿੱਚ ਜੋੜੀਆਂ ਜਾ ਰਹੀਆਂ ਸੀ ਜਿਹੜੀਆਂ ਕਿ ਇਤਿਹਾਸਿਕ ਤੌਰ ਤੇ ਗਲਤ ਸੀ, ਠੀਕ ਹੈ। ਪਰ ਕਿਉਂਕਿ ਇੱਕ ਬਿਰਤੀ ਬਣੀ ਹੋਈ ਹੈ, ਲੋਕ ਬਹੁਤਾ ਪੜ੍ਹਦੇ ਨਹੀਂ ਹੈਗੇ। ਇਸ ਦਾ ਰਿਜ਼ਲਟ ਕੀ ਹੈਗਾ ਕਿ ਉਹ ਜੋ ਵੀ ਕੁਝ ਦੱਸਿਆ ਜਾਂਦਾ ਹੈਗਾ ਉਹਨੂੰ ਕੰਜ਼ਿਊਮ ਕਰਦੇ ਆ, ਕਿਉਂਕਿ ਉਹ ਕੰਜ਼ਿਊਮਰ ਕਲਚਰ ਦਾ ਇੱਕ ਪਾਰਟ ਹੈ। ਉਹਦਾ ਰਿਜ਼ਲਟ ਕੀ ਹੁੰਦਾ ਕਿ ਜਿਹੜੀ ਇਸ ਵੇਲੇ ਫਰੀडम ਸਟਰਗਲ ਦੀ ਜਾਂ ਸਾਡੀ ਹਿਸਟਰੀ ਦੀ ਜੋ ਹੈਰੀਟੇਜ ਹੈਗੀ ਸੀ ਜਾਂ ਉਹਦਾ ਇੱਕ ਕਲਚਰ ਹੈਗਾ ਸੀ, ਉਸ ਨੂੰ ਤੋੜਿਆ ਮਰੋੜਿਆ ਜਾ ਰਿਹਾ, ਉਸ ਨੂੰ ਖਰਾਬ ਕੀਤਾ ਜਾ ਰਿਹਾ। ਔਰ ਮੈਨੂੰ ਇਸ ਚੀਜ਼ ਦਾ ਡਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਕਾਰਵਾਈਆਂ ਹੁਣ ਕੀਤੀਆਂ ਜਾ ਰਹੀਆਂ ਹੈਗੀਆਂ, ਇਹਦੇ ਨਾਲ ਜਿਹੜਾ ਹਿਸਟਰੀ ਹੈ, ਇਸ ਦਾ ਜਿਹੜਾ ਰੂਪ ਹੈ ਉਹ ਟੋਟਲੀ ਚੇਂਜ ਕਰ ਦਿੱਤਾ ਜਾਏਗਾ। ਔਰ ਇੱਕ ਖਾਸ ਕਿਸਮ ਦੇ ਐਂਗਲ ਤੋਂ, ਠੀਕ ਹੈ, ਹਿਸਟਰੀ ਜਿਹੜੀ ਹੈ ਉਹ ਦੁਬਾਰਾ ਲਿਖੀ ਜਾ ਰਹੀ ਹੈ, ਜਿਹਦਾ ਰਿਜ਼ਲਟ ਕੀ ਨਿਕਲੇਗਾ ਕਿ ਜਿਹੜੀਆਂ ਆਉਣ ਵਾਲੀਆਂ ਕਮਿਊਨਿਟੀਜ਼ ਹੈਗੀਆਂ ਉਹ ਪੱਕੇ ਤੌਰ ਤੇ ਉਸ ਟਿੰਟਡ ਗਲਾਸ ਦੇ ਵਿੱਚੋਂ ਦੇਖਣਗੀਆਂ, ਔਰ ਜਿਹਦਾ ਰਿਜ਼ਲਟ ਕੀ ਹੋਵੇਗਾ, ਕਦੀ ਵੀ ਇੱਕ ਤੁਹਾਡਾ ਜਿਹੜਾ ਭਾਈਚਾਰਕ ਜਿਹੜੀ ਹਿਸਟਰੀ ਲਿਖੀ ਗਈ ਹੈ ਹੁਣ ਤੱਕ, ਉਸ ਨੂੰ ਕਦੀ ਵੀ ਮਹਿਸੂਸ ਨਹੀਂ ਕਰ ਸਕਦਾ। ਉਹ ਮੈਂ ਉਸ ਪੁਆਇੰਟ ਤੇ ਆਉਣਾ। ਹੁਣ ਤੁਸੀਂ ਤਾਂ ਕਹਿਣਾ ਚਾਹੋ ਕੁਝ ਇਹਦੇ ਬਾਰੇ? ਤੁਸੀਂ ਨਾ, ਮੈਂ ਤਾਂ ਇਹ ਕਹਿਣਾ ਕਿ ਜਿਹੜੀ ਹਿਸਟਰੀ ਹੈ ਨਾ, ਇਹਦਾ ਰਾਈਟਫੁਲ ਯੂਜ਼ ਜਿਹੜਾ ਹੈਗਾ ਬਹੁਤ ਵਧੀਆ ਹੁੰਦਾ, ਇਹਦਾ ਬੜਾ ਫਰਕ ਪੈਂਦਾ। ਲੇਕਿਨ ਇਹ ਜਿਹੜੇ ਅਬਿਊਜ਼ ਜਦੋਂ ਅਸੀਂ ਕਰਦੇ ਹਿਸਟਰੀ ਨੂੰ, ਤਾਂ ਉਹਦਾ ਨੁਕਸਾਨ ਵੀ ਉਨਾ ਜ਼ਿਆਦਾ ਹੁੰਦਾ। ਇਸ ਕਰਕੇ ਹਿਸਟਰੀ ਜਿਹੜੀ ਹੈਗੀ ਉਹ ਹਮੇਸ਼ਾ ਹੀ ਜਿਹੜੇ ਆਮ ਤੌਰ 'ਤੇ ਹਿਸਟਰੀ ਪੰਜਾਬ, ਜਿੱਦਾਂ ਇੰਡੀਆ ਦੀ ਹਿਸਟਰੀ ਲਿਖਣ ਵਾਲੇ ਬੜੇ ਹਿਸਟੋਰੀਅਨਸ ਹੈਗੇ, ਬੜਾ ਅੱਛੇ ਉਹਨਾਂ ਨੇ ਅੱਜ ਤੱਕ ਲਿਖੀ ਹਿਸਟਰੀ। ਪਰ ਉਹ ਹੁਣ ਇਹ ਕਿਹੋ ਜਿਹੀ ਹੋ ਗਈ ਗੱਲ ਕਿ ਈਵੈਂਟਸ ਕਿੱਦਾਂ ਬਦਲ ਗਏ ਪਿਛਲੇ 10 ਸਾਲਾਂ ਜਾਂ 20 ਸਾਲਾਂ ਦੇ ਵਿੱਚ। ਉਹ ਤਾਂ ਹਿਸਟਰੀ ਤਾਂ ਪੁਰਾਣੀ ਚੀਜ਼ ਹੁੰਦੀ ਹੈ, ਉਹ ਤਾਂ ਬਦਲਦੇ ਨੇ, ਉਹਦੇ ਈਵੈਂਟਸ ਵੀ ਨਹੀਂ ਬਦਲਦੇ। ਉਹਦੀ ਜਿਹੜੀ ਰੀਡਿੰਗ ਜਿਹੜੀ ਹੈਗੀ ਆ ਉਹ ਵੀ ਕਾਫੀ ਹੱਦ ਤੱਕ ਇੱਕ ਫਿਕਸਡ ਰੀਡਿੰਗ ਹੁੰਦੀ ਹੈ। ਅਤੇ ਜੇ ਉਹਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਡਿਲੂਸ਼ਨ ਕੀਤਾ ਜਾਵੇ ਤੇ ਉਹ ਨੈਚੁਰਲੀ ਗੱਲ ਹੈ ਕਿ ਉਹਦਾ ਅਬਿਊਜ਼ ਜਿਹੜੀ ਹੈਗੀ ਹਿਸਟਰੀ ਦੀ ਉਹ ਮਾੜੀ ਗੱਲ ਹੈ, ਤੇ ਉਹ ਨਹੀਂ ਹੋਣੀ ਚਾਹੀਦੀ, ਤੇ ਉਹਦਾ ਮਾੜਾ ਅਸਰ ਪੈਂਦਾ। ਮੈਂ ਇੱਥੇ ਹੋਣਾ ਤੁਹਾਡੇ ਆਪਣੇ ਉਸਤਾਦ ਇੰਦਰਦੀਪ ਨਾਲ ਗੱਲ ਕੀਤੀ, ਹੈਰੀਟੇਜ ਦੀ ਕੀਤੀ ਜਾਂ
ਵੀ ਜਿਹੜਾ ਲੈਗਸੀ ਖਾਲੀ ਹੋ ਰਹੀ ਹੈ ਜਦੋਂ 1885 ਦੇ ਵਿੱਚ ਕਾਂਗਰਸ ਦਾ ਹੋਇਆ ਹਿਊਮ ਕੀਤਾ ਉਦੋਂ। ਉਸ ਤੋਂ ਬਾਅਦ ਸੁਰਿੰਦਰ ਨਾਥ ਮੁਖਰਜੀ ਬੜੇ ਵੱਡੇ ਹਿਸਟੋਰੀਅਨਸ ਹੋਏ ਆ, ਔਰ ਡਾਕਟਰ ਤਾਰਾਚੰਦ ਗੁਪਤਾ ਉਹਨਾਂ ਨੇ ਕਿਤਾਬਾਂ ਲਿਖੀਆਂ 2, ਉਹਦੇ ਵਿੱਚ ਬੜਾ ਕੁਝ ਦਿੱਤਾ ਵੀ ਕਾਂਗਰਸ ਦੀ ਉਹਨੇ ਹਿਸਟਰੀ ਕਿਤਾਬ ਤੇ ਲਿਖੀ ਡਾਕਟਰ ਸੁਰਿੰਦਰ ਨਾਥ ਬੈਨਰਜੀ ਨੇ। ਡਾਕਟਰ ਸੁਰਿੰਦਰ ਨਾਥ ਬੈਨਰਜੀ ਪਾਰਟੀਸ਼ਨ ਤੇ ਤਾਰਾਚੰਦ ਬਹੁਤ ਬੰਗਾਲ ਦੇ ਸਨ ਉਹ, ਔਰ ਉਹਨਾਂ ਨੇ ਪਾਰਟਿਸਿਪੇਟ ਵੀ ਕੀਤਾ। ਉਹਨਾਂ ਨੇ ਲਿਖਿਆ ਬੜਾ ਕੁਝ ਵੀ ਜਦੋਂ 1885 ਬਣੀ ਉਸ ਤੋਂ ਬਾਅਦ ਕਾਂਗਰਸ ਵਿੱਚ 2 ਧੜੇ ਸਨ, ਇੱਕ ਲੋਕਮਾਨਿਆ ਤਿਲਕ ਤੇ ਇੱਕ ਬਾਲ ਗੰਗਾਧਰ। ਹਾਂਜੀ, ਲੋਕਮਾਨਿਆ ਤਿਲਕ ਗਰਮ ਧੜੇ ਦੇ ਸਨ ਔਰ ਬਾਲ ਗੰਗਾਧਰ ਜਿਹੜੇ ਸੀ ਉਹ ਥੋੜੇ ਜਿਹੇ ਪ੍ਰੋ ਜਿਹਨੂੰ ਰਿਫਾਰਮਰ ਜਾਂ ਪੰਡਤ ਮਦਨ ਮੋਹਨ ਮਾਲਵੀਆ। ਔਰ ਇਹ ਹੌਲੀ ਹੌਲੀ ਜਿੱਦਾਂ ਮੂਵਮੈਂਟਸ ਆਈਆਂ, ਜਿਹੜੀ ਸਤੀ ਪ੍ਰਥਾ ਦੇ ਖਿਲਾਫ ਪੰਡਤ ਮਦਨ ਮੋਹਨ ਮਾਲਵੀਆ ਨੇ ਕੀਤੀ, ਉਹ ਕਾਨੂੰਨ ਆਏ, ਰਿਫਾਰਮ ਕੀਤਾ। ਰਿਫਾਰਮ ਦੇ ਨਾਲ ਜੋ ਕੁਝ ਈਵਲ ਸਮਾਜ ਡਿਵੈਲਪ ਹੋ ਰਹੀਆਂ ਸਨ ਉਹ ਮਤਲਬ ਉਹਦੇ ਉੱਥੋਂ ਤੱਕ ਹੀ ਕਾਂਗਰਸ ਸੀਮਤ ਸੀ। ਲੇਕਿਨ ਜਦੋਂ ਗਾਂਧੀ ਆਇਆ ਸਾਊਥ ਅਫਰੀਕਾ ਤੋਂ, ਔਰ ਜਦੋਂ ਘੁੰਮੇ ਦੇ ਦੇਸ਼ ਨੂੰ ਵੇਖਿਆ ਵੀ ਦੇਸ਼ ਦੇ ਹਾਲਾਤ ਕੀ ਨੇ, ਔਰ 1915 ਦੇ ਵਿੱਚ ਜਾਂ 14 ਵਿੱਚ ਐਕਟਿਵ ਹੋਏ ਪੋਲਿਟਿਕਸ ਵਿੱਚ ਮੇਰਾ ਖਿਆਲ, ਔਰ ਉਹਨੇ ਵੇਖਿਆ ਫਿਰ ਉਹਨੇ ਆਪਣੇ ਕੱਪੜੇ ਲਾਤੇ ਵੀ ਮੈਂ ਛੂਟੜ ਬੂਟੜ ਬਣ ਕੇ ਇੱਥੇ ਕੀ ਕਰਨਾ, ਵੀ ਜੇ ਸਾਡੇ ਦੇਸ਼ ਦਾ ਜਿਹੜਾ ਗਰੀਬ ਆ ਉਹ ਨੰਗਾ ਆ, ਭੁੱਖਾ ਆ, ਲਾਚਾਰ ਆ, ਤੇ ਆਪਾਂ ਅਗਰ ਲੀਡਰਸ਼ਿਪ ਕਰਨੀ ਹੈ ਤੇ ਉਹੋ ਜਿਹੇ ਹੀ ਬਣਨਾ ਪਵੇਗਾ, ਉੱਦਾਂ ਦਾ ਹੀ ਰਹਿਣ ਸਹਿਣ ਰੱਖਣਾ ਪਵੇਗਾ। ਔਰ ਉਹੋ ਜਿਹੇ ਲੀਡਰਾਂ ਦੀ ਜਿਹੜੀ ਵਿਰਾਸਤ ਆ, ਔਰ ਉਹਨਾਂ ਨੇ ਇੱਕ ਫਲਸਫਾ ਦਿੱਤਾ ਨਾਨ ਕੋਆਪਰੇਟਿਵ ਮੂਵਮੈਂਟ ਦਿੱਤੀ, ਜੋ ਸਾਊਥ ਅਫਰੀਕਾ ਜੋ ਐਕਸਪੈਰੀਮੈਂਟ ਕਰਕੇ ਆਏ ਸੀ। ਉਹਦੇ ਨਾਲ ਲੋਕ ਜੁੜਦੇ ਰਹੇ ਕਿਉਂਕਿ ਨੋ ਡਾਊਟ ਕਿ ਜਿਹੜਾ ਦੇਸ਼ ਸੀ ਜਾਤੀਆਂ ਨਾਲ ਡਰਿਆ ਹੋਇਆ ਸੀ, ਜਾਤੀ ਪਾਤ ਨਾਲ, ਬ੍ਰਾਹਮਣਵਾਦ ਹੈਵੀ ਸੀ, ਸ਼ਡਿਊਲ ਕਾਸਟ ਜਿਹੜੀਆਂ ਹੈਗੀਆਂ ਦਲਿਤ ਜਾਤੀਆਂ ਜਿਹਨੂੰ ਹਰੀਜਨ ਦਾ ਨਾਮ ਦਿੱਤਾ ਉਹਨਾਂ ਨੇ, ਬਹੁਤ ਬੁਰਾ ਹਾਲ ਸੀ ਉਹਨਾਂ ਦਾ। ਔਰ ਸਾਡੇ ਬਜ਼ੁਰਗ ਦੱਸਦੇ ਆ ਵੀ ਉਦੋਂ 1947 ਤੋਂ ਪਹਿਲਾਂ ਬਹੁਤ ਇਹਨਾਂ ਕੌਮਾਂ ਦਾ ਮਾੜਾ ਹਾਲ ਸੀ। ਇਹਨਾਂ 'ਚ ਬ੍ਰਾਹਮਣ ਜਿਹੜੀਆਂ ਸਵਰਨ ਜਾਤੀਆਂ ਸੀ ਇਹਨਾਂ ਬਹੁਤ ਬੁਰਾ ਹਾਲ ਕੀਤਾ ਸੀ। ਔਰ ਕਾਂਗਰਸ ਦਾ ਗਾਂਧੀ ਨੇ ਬੜਾ ਵੱਡਾ ਰਿਫਾਰਮ ਲਿਆਂਦਾ, ਔਰ ਉਹਦੇ ਵਿੱਚ ਫਿਰ ਇੱਕ ਵਿਚਾਰਧਾਰਾ ਆਈ, ਲੈਫਟ ਵਿਚਾਰਧਾਰਾ ਵੀ ਆਈ, ਪ੍ਰਭਾਵ ਹੋਇਆ ਜਿਹੜਾ ਰਸ਼ੀਆ ਦੀ ਰੈਵੋਲੂਸ਼ਨ ਦਾ ਵੀ ਪ੍ਰਭਾਵ ਹੋਇਆ, ਔਰ ਭਗਤ ਸਿੰਘ ਹਰੀ ਵੀ ਉਸ ਪ੍ਰੋਡਕਟ ਆਏ। ਉਹਨਾਂ ਨੇ ਆਪਣੀ ਵਿਚਾਰਧਾਰਾ ਸਵਰਾਜ ਇੰਡੀਆ ਦਾ ਜਿਹੜਾ ਦੇਸ਼ ਦੀਆਂ ਚੀਜ਼ਾਂ ਜਿਹੜੀਆਂ ਰਾਜਿੰਦਰ ਬੋਸ ਨਿਕਲੇ, ਆਪਣੇ ਜਿਹੜੇ ਇੱਥੇ ਪੈਦਾ ਹੁੰਦੀਆਂ ਚੀਜ਼ਾਂ ਉਹਨਾਂ ਨੂੰ ਵਰਤੋ, ਉਹ ਆਪਣੇ ਮੇਡ ਇਨ ਇੰਡੀਆ ਵਾਲੇ ਪ੍ਰੋਡਕਟ ਜਿਹੜੇ ਇੰਡੀਅਨ ਪ੍ਰੋਡਕਟਸ ਨੇ ਬਾਹਰਲਿਆਂ ਨੂੰ, ਔਰ ਆਪਣੇ ਕਾਟਨ ਵਗੈਰਾ ਜਿਹੜੀ ਕਾਟਨ ਖੱਦਰ ਪਾਓ ਆਪਣੇ ਦੇਸ਼ ਦੀ ਉਹ ਚੀਜ਼ਾਂ ਬੜੀਆਂ ਲੋਕਾਂ ਨੂੰ ਅਪੀਲ ਕੀਤੀਆਂ। ਔਰ ਉਹ ਜਿਹੜੀ ਵਿਰਾਸਤ ਆ, ਜਿਹੜੀ ਆਪਾਂ ਵਿਰਾਸਤ ਦੀ ਗੱਲ ਕੀਤੀ ਤਾਂ ਪਹਿਲਾਂ ਕੀਤੀ, ਜਿਹੜੀ ਉਹ ਜਿੱਦਾਂ ਭਗਵੰਤ ਮਾਨ ਵਰਗੇ ਬੰਦੇ ਜਿਹੜੇ ਅੱਜ ਕਹਿਣ ਵੀ ਮੇਰੀ ਮਰਜ਼ੀ, ਕਿਉਂਕਿ ਇਹ ਵਿਰਾਸਤਾਂ ਜੋ ਦੇਸ਼ ਦੇ ਤੁਸੀਂ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਨਾਲ ਇਹ ਸੰਵਿਧਾਨ ਬਣਿਆ, ਔਰ ਉਸ ਸੰਵਿਧਾਨ ਦੀ ਵਜ੍ਹਾ ਨਾਲ, ਆਜ਼ਾਦੀ ਦੀ ਵਜ੍ਹਾ ਨਾਲ ਤੁਸੀਂ ਮੁੱਖ ਮੰਤਰੀ ਬਣੇ ਜਾਂ ਪ੍ਰਧਾਨ ਮੰਤਰੀ ਬਣਦੇ ਜਾਂ ਰਾਸ਼ਟਰਪਤੀ ਬਣਦੇ ਜੀ। ਔਰ ਜੇ ਤੁਸੀਂ ਕਹੋ ਇਹ ਮੇਰੀ ਮਰਜ਼ੀ, ਇਹ ਆਟੋਕ੍ਰੇਸੀ ਨਹੀਂ ਹੈਗੀ, ਇਹ ਮੇਰੀ ਮਰਜ਼ੀ। ਇਹ ਵਰਡ ਆਟੋਕ੍ਰੈਟਿਕ ਆਦਮੀ ਦੇ ਹੁੰਦੇ ਆ, ਨਾ ਕਿ ਡੈਮੋਕ੍ਰੈਟਿਕ ਆਦਮੀ ਦੇ ਹੁੰਦੇ ਆ। ਠੀਕ ਨਹੀਂ ਗੱਲ? ਤੇ ਇਹਦੇ ਬਾਰੇ ਥੋੜਾ ਹੋਰ ਜਿਹਾ ਸਪੈਸੀਫਾਈ ਕਰੋ ਵੀ ਇਹ ਇਦਾਂ ਇਹ ਕਿੱਦਾਂ ਅੱਜ ਆਪਣਾ ਉੱਠਦੇ ਨੇ, ਜਿੱਦਾਂ ਬੀਜੇਪੀ 'ਚ ਉੱਠਦੇ ਲੀਡਰ ਨੇ, ਜਿਹਦਾ ਉਹਦੀ ਪਿੱਛੇ ਇੱਕ ਐਕਟਰਸ ਆ ਵੀ ਦੇਸ਼ ਦੀ ਆਜ਼ਾਦੀ 2014 'ਚ ਹੋਈ ਹੈ, ਔਰ ਗੌਡਸੇ ਇਹ ਜੋ ਵਾਹ ਯਾਰ ਜੋ ਬੋਲੀ ਜਾਂਦੇ ਜਿਹੜਾ ਮਰਜ਼ੀ। ਉਹੀ ਸ਼ਰਮਾ ਜੀ ਮੈਂ ਪੁਆਇੰਟ ਹੀ ਲਿਆ ਰਿਹਾ ਸੀ, ਕਿਉਂਕਿ ਆਪਣੇ ਕੋਲ ਲਿਮਿਟਡ ਟਾਈਮ ਹੁੰਦਾ, ਅਸੀਂ ਹਰ ਗੱਲ ਨਹੀਂ ਕਰ ਸਕਦੇ। ਠੀਕ ਹੁਣ ਜਿੱਦਾਂ ਗੋਡਸੇ ਦੀ ਗੱਲ ਅੱਜ ਕੱਲ੍ਹ ਕਰਦੇ ਆ, ਜਾਂ ਕੰਗਣਾ ਨੇ ਕਹਿਣਾ ਸ਼ੁਰੂ ਕਰਤਾ ਜੀ ਕਿ 2014 'ਚ ਸਾਨੂੰ ਆਜ਼ਾਦੀ ਮਿਲੀ ਹੈ, ਜਾਂ ਉਹਨਾਂ ਨੇ ਇਹ ਵੀ ਇੱਕ ਕਿਸੇ ਨੇਤਾ ਨੇ, ਯੂਪੀ ਦੇ ਨੇਤਾ ਨੇ, ਲੇਡੀ ਨੇਤਾ ਨੇ ਕਿਹਾ ਹੈਗਾ ਸੀ ਕਿ ਜੀ ਜਿਹੜਾ ਅਸੀਂ ਤਾਂ ਆਜ਼ਾਦ ਹੀ ਨਹੀਂ ਅਜੇ ਹੋਏ, ਅਸੀਂ ਤਾਂ ਅਜੇ ਵੀ ਜਿਹੜਾ ਹੈ ਸਾਡਾ ਜਿਹੜਾ ਲਿੰਕ ਹੈਗਾ ਉਹ ਬ੍ਰਿਟਨ ਨਾਲ ਚੱਲ ਰਿਹਾ, ਉਹ ਕਿਸੇ ਵੇਲੇ ਵੀ ਸਾਨੂੰ ਜਿਹੜਾ ਹੈਗਾ ਉਹ ਦੁਆਰਾ ਕੰਟਰੋਲ ਕਰ ਸਕਦੇ 2098 ਤੱਕ। ਸਿਰਫ ਸਾਡੀ 99 ਸਾਲ ਦੀ ਸਾਨੂੰ ਆਜ਼ਾਦੀ ਦਿੱਤੀ ਹੈ। ਬੋਲੇ ਤੁਸੀਂ ਦੱਸੋ ਵੀ ਇਸ ਕਿਸਮ ਦੇ ਜਿਹੜੇ ਵਿਚਾਰ ਹੈਗੇ ਆ ਇਹ ਕਿੱਥੋਂ ਆ ਰਹੇ ਆ ਔਰ ਕਿਹੜਾ ਇਹਨਾਂ ਨੂੰ ਪ੍ਰੋਪੋਗੇਟ ਕਰ ਰਿਹਾ? ਸੋ ਜਿਹੜਾ ਤੁਸੀਂ ਹੁਣ ਕਮਿੰਗ ਬੈਕ ਟੂ ਭਗਵੰਤ ਮਾਨ, ਉਹ ਦੇਖੋ ਭਗਵੰਤ ਮਾਨ ਦਾ ਇਹ ਕਹਿ ਦੇਣਾ ਕਿ ਜੀ ਦੇਖੋ ਇੱਕ ਪਾਸੇ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਮੈਂ ਭਗਤ ਸਿੰਘ ਦੀ ਪੱਗ ਬੰਨ੍ਹਣਾ, ਠੀਕ ਹੈ, ਮੈਂ ਜਿਹੜਾ ਪਹਿਲਾਂ ਜਦੋਂ ਇਹਨਾਂ ਨੇ ਸਹੁੰ ਚੁੱਕੀ ਉਹ ਜਾ ਕੇ ਉਹਨਾਂ ਦੇ ਖਟੜ ਕਲਾਂ ਪਿੰਡ ਦੇ ਵਿੱਚ ਜਾ ਕੇ ਚੁੱਕੀ, ਤਾਂ ਕਿ ਮੈਂ ਜਿਹੜਾ ਹੈ ਆਪਣੀ ਜਿਹੜੀ ਆਈਡੀਓਲੋਜੀ ਹੈ ਉਹ ਭਗਤ ਸਿੰਘ ਨੂੰ ਸਮਰਪਿਤ ਕਰਦਾ, ਯਾਦ ਰੱਖਾਂਗਾ, ਠੀਕ ਹੈ, ਉਹਨਾਂ ਨੂੰ ਯਾਦ ਕਰਦਾ। ਪਰ ਜਦੋਂ ਤੈਨੂੰ ਮੌਕਾ ਮਿਲਿਆ, ਠੀਕ ਹੈ, ਅੰਮ੍ਰਿਤਸਰ ਜਾਣ ਦਾ,
ਤੂੰ ਜਿਹੜਾ ਜਵਾਬ ਦਿੱਤਾ ਹੈ, ਠੀਕ ਹੈ, ਉਹ ਬਿਲਕੁਲ ਵੀ ਕਿਸੇ ਪਾਸਿਓਂ ਵੀ ਸਹੀ ਨਹੀਂ ਹੈਗਾ। ਕਿਸੇ ਪਾਸੇ ਵੀ ਉਹਨੂੰ ਤੁਸੀਂ ਕਨਸਟੀਟਿਊਸ਼ਨਲੀ ਕਹਿ ਲਓ, ਪਰਸਨਲ ਲੈਵਲ ਤੇ ਕਹਿ ਲਓ, ਮੋਰੈਲਿਟੀ ਦੇ ਐਂਗਲ ਤੋਂ ਕਹਿ ਲਓ, ਇਹ ਜਿਹੜਾ ਜਵਾਬ ਹੈ ਉਹਨਾਂ ਦਾ ਬਿਲਕੁਲ ਗਲਤ ਹੈ। ਕੋਈ ਵੀ ਜਿਹੜਾ ਲੀਡਰ ਹੈਗਾ ਉਹ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਜਿਹੜੀ ਹੈ ਆਪਣੀ ਵਿਰਾਸਤ ਨਾਲ ਕੀ ਹੈ, ਕਿਉਂਕਿ ਜੇ ਅੱਜ ਤੁਸੀਂ ਕੁਰਸੀਆਂ ਤੇ ਬੈਠੇ ਹੈਗੇ ਹੋ, ਅੱਜ ਤੁਸੀਂ ਆਜ਼ਾਦ ਹੋ, ਤਾਂ ਇਹ ਭਗਤ ਸਿੰਘ ਵਰਗੇ ਜਿਨ੍ਹਾਂ ਨੇ ਆਪਣੀਆਂ ਗੋਲੀਆਂ ਦਾ ਸਾਹਮਣਾ ਕੀਤਾ ਜਲਿਆਂਵਾਲੇ ਬਾਗ ਦੇ ਵਿੱਚ, ਠੀਕ ਹੈ, ਔਰ ਜਲਿਆਂਵਾਲੇ ਬਾਗ ਦੇ ਵਿੱਚ ਉਦਮ ਸਿੰਘ ਕਿਸ ਤਰ੍ਹਾਂ ਉਸ ਤੋਂ ਪੈਦਾ ਹੋਇਆ, ਕਿਸ ਤਰ੍ਹਾਂ ਉਹ ਇੰਗਲੈਂਡ ਗਿਆ 40 ਸਾਲ ਬਾਅਦ, ਉਹਨੇ ਕਿਸ ਤਰ੍ਹਾਂ ਆਜ਼ਾਦੀ ਦੇ ਲਈ ਜਿਹੜਾ ਹੈਗਾ ਉੱਥੋਂ ਦਾ ਜਿਹੜਾ ਡਰ ਹੈਗਾ ਸੀ ਉਹਨੂੰ ਮਾਰਿਆ, ਇਹ ਕਿਸ ਨੂੰ ਭੁੱਲਿਆ ਹੋਇਆ? ਬਿਲਕੁਲ ਠੀਕ। ਹੁਣ ਤੁਸੀਂ ਇਹ ਦੇਖੋਗੇ ਕਿ ਤੁਸੀਂ ਇਤਿਹਾਸ ਨੂੰ ਇਸ ਤਰੀਕੇ ਨਾਲ ਦਰਕਿਨਾਰੇ ਕਰਕੇ ਭੁੱਲ ਕੇ ਕੀ ਤੁਸੀਂ ਆਪਣਾ ਫਿਊਚਰ ਜਿਹੜਾ ਹੈਗਾ ਉਹ ਅੱਛਾ ਦੇਖ ਸਕਦੇ ਹੋ? ਇਸੇ ਕਰਕੇ ਮੈਂ ਕੁਐਸਚਨ ਅੱਜ ਛੇੜਿਆ ਸੀ ਕਿ ਮੈਨੂੰ ਇਸ ਗੱਲ ਦਾ ਫਿਕਰ ਹੈ, ਇਸ ਗੱਲ ਦਾ ਮੇਰੇ ਮਨ ਤੇ ਬੋਝ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਲੋਕ ਹੈ ਜਿਨ੍ਹਾਂ ਦੇ ਸਹਾਰੇ ਇਹ ਜਿਹੜੀ ਫਰੀडम ਸਟਰਗਲ ਹੈ ਜਾਂ ਇਤਿਹਾਸ ਦੇ ਵੱਡੇ ਜਿਹੜੇ ਸੁਨਹਿਰੀ ਪੰਨੇ ਹੈ ਉਹਨਾਂ ਨੂੰ ਅਸੀਂ ਸੁਰੱਖਿਅਤ ਜਿਹੜਾ ਹੈ ਇੱਕ ਕਹਿੰਦੇ ਵੀ ਇੱਕ ਸੇਫ ਹੈਂਡ ਦੇ ਵਿੱਚ ਦੇ ਕੇ ਜਾ ਸਕਦੇ। ਬਿਲਕੁਲ ਤੁਹਾਡੀ ਗੱਲ ਠੀਕ ਆ। ਦੇਖੋ ਕਾਂਗਰਸ ਕਹਿੰਦੀ ਸੀ ਮੈਂ ਜੀ ਅਸੀਂ ਇਹਦੇ ਲਿਖਤੀ ਦੇ ਮਾਲਕ ਹਾਂ, ਇਹਦੀ ਵਿਰਾਸਤ ਦੇ ਮਾਲਕ ਹਾਂ, ਲੇਕਿਨ ਕਾਂਗਰਸੀਆਂ ਨੇ ਜੋ ਲੁੱਟਿਆ ਪੰਜਾਬ ਹਿੰਦੁਸਤਾਨ ਨੂੰ, ਜੋ ਸਕੈਂਡਲ ਆਏ ਔਰ ਜਿਹੋ ਜਿਹੀ ਲੀਡਰਸ਼ਿਪ ਉਹਨਾਂ ਡਿਵੈਲਪ ਕੀਤੀ, ਖਾਸ ਕਰ 1980 ਤੋਂ ਬਾਅਦ ਜਿਹੜੇ ਕਰਪਟ ਬੇਈਮਾਨ ਸਿਵਾਏ ਇਸ ਦੇ ਇੱਕ 1990 ਚ ਜਾਂ ਮੇਰਾ ਖਿਆਲ 2004 ਚ ਆਪਣੇ ਸਰਦਾਰ ਮਨਮੋਹਨ ਸਿੰਘ ਇਮਾਨਦਾਰ ਮੁੱਖ ਪੰਜਾਬ ਪ੍ਰਧਾਨ ਮੰਤਰੀ ਬਣੇ, ਲੇਕਿਨ ਥੱਲੇ ਆਲਾ ਦੁਆਲਾ ਜਿਹੜਾ ਥਲੜਾ ਪਾਸਾ ਸੀ ਉਹ ਸਾਰਾ ਕਰਪਟ ਸੀ ਔਰ ਕਿਤੇ ਸਕੈਂਡਲ ਆਏ ਬਾਹਰ। ਔਰ ਜਿਹੜੀ ਲੀਡਰਸ਼ਿਪ ਡਿਵੈਲਪ ਹੋਈ, ਕਿਉਂਕਿ ਟੈਕਨੋਲੋਜੀ ਡਿਵੈਲਪ ਹੋਈ ਸੀ ਹਿੰਦੁਸਤਾਨ 'ਚ, ਟੈਕਨੋਲੋਜੀ ਨਾਲ ਹਿੰਦੁਸਤਾਨ ਦੀ ਆਰਥਿਕਤਾ ਦੇ ਵਿਕਾਸ ਤੇ ਹੋਇਆ, ਯੂਥ ਨੂੰ ਨੌਕਰੀ ਤੇ ਮਿਲੀ ਮਨਮੋਹਨ ਸਿੰਘ ਦੀ ਰਾਜ ਦੇ ਵਿੱਚ। ਲੇਕਿਨ ਜਿਹੜੀ ਲੀਡਰਸ਼ਿਪ ਜਿਨ੍ਹਾਂ ਨੇ ਸੰਭਾਲਣਾ ਸਿਸਟਮ ਨੂੰ, ਪੋਲੀਟੀਕਲ ਸਿਸਟਮ ਨੇ, ਉਹ ਜਿਹੜੀ ਸਿਸਟਮ ਦੇ ਵਿੱਚ ਜਿਹੜੀ ਲੀਡਰਸ਼ਿਪ ਡਿਵੈਲਪ ਹੋਈ ਉਹ ਬੜੀ ਕਰਪਟ ਲੀਡਰਸ਼ਿਪ ਡਿਵੈਲਪ ਹੋਈ ਕਾਂਗਰਸ ਵਿੱਚ। ਔਰ ਜਾਤੀਵਾਦ ਤੇ ਪਰਿਵਾਰਵਾਦ, ਚਾਹੇ ਉਹ ਗਾਂਧੀ ਪਰਿਵਾਰਵਾਦ ਹੋਵੇ ਜਾਂ ਦੂਜੇ ਜਿਹੜੇ ਲੀਡਰ ਸਨ ਉਹਨਾਂ ਦੇ ਪਰਿਵਾਰ ਹੋਣ, ਜਾਂ ਮੁੱਖ ਮੰਤਰੀਆਂ ਦੇ ਹੁੱਡਾ ਹੋ ਗਿਆ, ਗਲੋਤ ਹੋ ਗਿਆ, ਜਾਂ ਕਈ ਤਰ੍ਹਾਂ ਦੇ ਪਰਿਵਾਰ ਇਹਦੇ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਹੋ ਗਿਆ, ਇੱਦਾਂ ਦੇ ਪਰਿਵਾਰ ਪੈਦਾ ਹੋ ਗਏ। ਔਰ ਅੱਜ ਹਸ਼ਰ ਕੀ ਹੋਇਆ ਉਹਨਾਂ ਦਾ, ਨਾ ਤੇ ਉਹ ਆਜ਼ਾਦੀ ਦੀ ਉਹ ਵਿਰਾਸਤ ਨੂੰ ਸੰਭਾਲ ਸਕੇ, ਨਾ ਆਪਣੀ ਪਾਰਟੀ ਨੂੰ ਸੰਭਾਲ ਸਕੇ, ਔਰ ਅੱਜ ਲੋਕਾਂ ਨੇ ਉਹਨਾਂ ਨੂੰ ਪੂੰਝ ਕੇ ਸੁੱਟਤਾ। ਸ਼ਰਮਾ ਜੀ, ਮੈਂ ਇਹਦੇ ਨਾਲ ਇੱਕ ਹੋਰ ਪੁਆਇੰਟ ਐਡ ਕਰਨਾ ਚਾਹੁੰਦਾ ਕਿ ਜਿਹੜੀ ਅੱਜ ਦੀ ਰੂਲਿੰਗ ਪਾਰਟੀ ਆ ਇੰਡੀਆ ਦੀ, ਅੱਜ ਦੀ ਜਿਹੜੀ ਰੂਲਿੰਗ ਪਾਰਟੀ ਹੈਗੀ ਆ, ਇਹ ਗੱਲ ਉਹਨਾਂ ਨੂੰ ਸੂਟ ਕਰਦੀ ਹੈ, ਇਹ ਗੱਲ ਉਹਨਾਂ ਨੂੰ ਸੂਟ ਕਰਦੀ ਹੈ ਕਿ ਜਿਹੜੀ ਸਾਡੀ ਜਿਹੜੀ ਲੋਕਾਂ ਦੇ ਵਿੱਚ ਭਾਈਚਾਰੇ ਦੀ ਜਿਹੜੀ ਟ੍ਰੈਡੀਸ਼ਨ ਹੈ ਜਾਂ ਹੈਰੀਟੇਜ ਹੈ ਉਹਨੂੰ ਭੁੱਲਿਆ ਜਾਏ, ਕਿਉਂਕਿ ਉਹ ਇਸ ਦੇ ਵਿੱਚ ਪਾੜ ਪਾਉਣਾ ਚਾਹੁੰਦੇ ਆ, ਉਹ ਸੁਸਾਇਟੀ ਨੂੰ ਪੋਲਰਾਈਜ਼ ਕਰਨਾ ਚਾਹੁੰਦੇ ਆ ਤਾਂ ਕਿ ਉਹਦੇ ਆਧਾਰ ਦੇ ਉੱਤੇ ਜਿਹੜੇ ਪੋਲੀਟੀਕਲ ਜਿਹੜੇ ਉਹਨਾਂ ਦੇ ਏਮਸ ਹੈ ਉਹਨਾਂ ਦੀ ਪ੍ਰਾਪਤੀ ਕੀਤੀ ਜਾ ਸਕੇ। ਮੈਜੋਰਟੀ ਕਮਿਊਨਿਜ਼ਮ ਕਹਿ ਸਕਦੇ ਜਿਹੜਾ ਕਿ ਹੋ ਰਿਹਾ ਜਿਹੜਾ ਹੈਗਾ। ਸੋ ਇਸ ਕਰਕੇ ਇਸ ਚੀਜ਼ ਤੋਂ ਹੋਰ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਕਿ ਤੁਸੀਂ ਕਦੀ ਵੀ ਜਿਹੜੀ ਭਗਤ ਸਿੰਘ ਦੀ ਵਿਰਾਸਤ ਹੈ ਜਾਂ ਜਲਿਆਂਵਾਲੇ ਬਾਗ ਦੀ ਜੋ ਮੈਸੇजेस ਹੈਗੇ ਆ ਉਸ ਨੂੰ ਤੁਸੀਂ ਦਰਕਿਨਾਰ ਨਾ ਕਰੋ, ਉਹਨੂੰ ਨਾ ਭੁੱਲੋ, ਕਰ ਨਹੀਂ ਸਕਦੇ। ਰਾਦਰ ਉਹਨਾਂ ਦੇ ਆਧਾਰ ਦੇ ਉੱਤੇ ਜਿਹੜੀਆਂ ਫੋਰਸਸ ਦੇਸ਼ ਨੂੰ ਵੰਡਣ ਵਾਲੇ ਪਾਸੇ ਪਈਆਂ ਹੋਈਆਂ ਉਹਨਾਂ ਦਾ ਸਾਹਮਣਾ ਕਰੋ। ਠੀਕ ਹੈ, ਬਿਲਕੁਲ ਠੀਕ। ਬਲਕਿ ਉਹਨੂੰ ਕੋਟ ਕਰੋ ਕਿ ਦੇਖੋ ਅੱਜ ਦੇ ਦਿਨ ਜੋ ਕੁਝ ਜਲਿਆਂਵਾਲੇ ਬਾਗ 'ਚ ਹੋਇਆ ਉਹਦੀ ਅੱਜ ਦੇ ਡੇਟ ਦੇ ਵਿੱਚ ਕੀ ਵੈਲਿਊ ਹੈਗੀ, ਬਜਾਏ ਕਿ ਤੁਸੀਂ ਕਹੋ ਕਿ ਮੇਰੀ ਮਰਜ਼ੀ ਮੈਂ ਜਾਵਾਂ ਨਾ ਜਾਵਾਂ। ਉੱਥੇ ਜਾਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਉੱਥੇ ਹਾਜ਼ਰੀ ਲਗਾਣੀ ਹੈ, ਉੱਥੇ ਜਾ ਕੇ ਤੁਸੀਂ ਉੱਥੋਂ ਦੀ ਵਿਰਾਸਤ ਬਾਰੇ ਡਿਸਕਸ ਕਰਨਾ ਹੈ, ਲੋਕਾਂ ਨੂੰ ਦੱਸਣਾ ਹੈ ਕਿ ਇਹਦੀ ਇੰਪੋਰਟੈਂਸ ਕੀ ਸੀ ਔਰ ਅੱਜ ਕਿਹੜੇ ਲੋਕ ਹੈਗੇ ਆ ਜਿਹੜੇ ਇਹਦੀ ਵਿਰੋਧਤਾ ਕਰਦੇ ਆ, ਉਹਨਾਂ ਨੂੰ ਵੀ ਐਕਸਪੋਜ਼ ਕਰਨਾ। ਦੇਖੋ ਜਿੱਦਾਂ ਬਾਬੇ ਨਾਨਕ ਦਾ ਅਸੀਂ 550 ਸਾਲਾ ਬਣਾਇਆ, ਹਾਂਜੀ ਹਰ ਸਾਲ ਹੀ ਬਣਾਉਣੇ ਆ, ਲੇਕਿਨ ਸਪੈਸ਼ਲ ਉਹ ਰੱਖਿਆ ਇਸੇ ਕਰਕੇ ਰੱਖਿਆ ਵੀ ਉਹ ਮਹਾਨ ਗੁਰੂ ਦੀ ਮਹਾਨ ਲਗਾਤਾਰ ਯਾਦ ਆਉਂਦਾ ਰਹੇ, ਉਹਦੀ ਜਿਹੜੀ ਫਲਸਫਾ ਸੀ, ਉਹਦੀ ਫਿਲਾਸਫੀ ਜੀ ਲੋਕਾਂ ਨੂੰ ਦਿੱਤੀ ਆ, ਉਹਨੂੰ ਵੀ ਯਾਦ ਰੱਖੀਏ ਔਰ ਆਉਣ ਵਾਲੀ ਜਨਰੇਸ਼ਨ ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੀ ਨਹੀਂ ਜ਼ਿਆਦਾ ਸਮਝਦੀ ਉਹਨੂੰ ਪਤਾ ਲੱਗੇ ਵੀ ਸਾਡੇ ਬਜ਼ੁਰਗ ਕਿੱਦਾਂ। ਇਹੀ ਕਾਰਨ ਹੁੰਦੇ ਮੇਲੇ ਮਨਾਉਣ ਦੇ, ਇਹੀ ਵਿਰਾਸਤ ਮੇਲੇ ਮਨਾਉਣ ਦਾ ਮਤਲਬ ਹੁੰਦਾ। ਤੁਸੀਂ ਦੱਸੋ ਕੋਈ ਇਹਦੇ ਬਾਰੇ ਗੱਲ ਕਰ। ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਜਿਸ ਤਰ੍ਹਾਂ ਹੁਣ ਗੱਲ ਕਰ ਹੀ ਰਹੇ ਹਾਂ ਕਿ ਕਾਂਗਰਸ ਨੇ ਆਪਣਾ ਹੈਰੀਟੇਜ ਦਾ ਇੱਕ ਤਰ੍ਹਾਂ ਦਾ ਜਿਹੜਾ ਸੀਗਾ ਉਹਨਾਂ ਦੇ ਕੋਲ ਸ਼੍ਰੇ ਸੀਗਾ ਕਿ ਕਾਂਗਰਸ ਨੇ ਅਰਜ਼ੀ ਲਿਆਂਦੀ ਹੈ ਅਤੇ ਉਹ ਹੈਰੀਟੇਜ ਦੀ ਮਾਲਕ ਹੈ ਜਾਂ ਹੈਜੀਮਨੀ ਉਹਦੀ ਹੈ ਅਤੇ ਉਹ ਜਾਂਦੀ ਲੱਗੀ। ਅਤੇ ਹੋਰ ਕੋਈ ਪਾਰਟੀ ਹੈ ਨਹੀਂ ਜਿਹੜੀ BJP ਦੂਜੀ ਸਰਕਾਰ ਜਿਹੜੀ ਹੈਗੀ ਹੈ ਉਹਦੇ ਵਿੱਚ ਉਹ ਜਿਹੜੀ ਹੈਗੀ ਉਹਦੇ ਵਿੱਚ
ਉਹ ਉਸ ਤਰ੍ਹਾਂ ਦਾ ਡਿਲੂਸ਼ਨ ਹੈਗੀ ਹਿਸਟਰੀ ਦੀ, ਤੇ ਉਸ ਤਰ੍ਹਾਂ ਦਾ ਉਹਨਾਂ ਦਾ ਮਤਲਬ ਉਹ ਵੀ ਅਕਾਲੀ ਹੈਗੇ ਸਰ, ਅਕਾਲੀਆਂ ਦਾ ਵੀ ਹਾਲ ਹੋ ਗਿਆ ਤੇ ਆਉਣਾ ਮੈਂ ਉੱਤੇ ਵੀ। ਤੇ ਇਹ ਹੈਗਾ ਇੱਕ ਤਰ੍ਹਾਂ ਦਾ ਕਿਓਸ ਹੈਗਾ ਕਿ ਇਸ ਵੇਲੇ ਜਿਹੜੀ ਸਾਡੀ ਹੈਰੀਟੇਜ ਆ ਉਹਦਾ ਕੀ ਬਣੇਗਾ, ਕੌਣ ਕਿਹਦੇ ਹੱਥ ਹੈ ਵਾਗਡੋਰ ਹੋਣੀ ਚਾਹੀਦੀ ਹੈ। ਉਹ ਇਸ ਵੇਲੇ ਕੋਈ ਕਲੀਅਰ ਨਹੀਂ ਹੈਗੀ ਇਹ ਗੱਲ ਕਿ ਕਿੱਧਰ ਨੂੰ ਜਾ ਰਿਹਾ। ਮੈਨੂੰ ਲੱਗਦਾ ਕਿ ਜਿਹੜੀ ਇੱਕ ਤਰ੍ਹਾਂ ਨੋ ਐਗਜ਼ਿਟ ਜਿਹੀ ਦੀ ਪੋਜੀਸ਼ਨ ਹੈਗੀ ਹੈ ਕਿ ਕੁਝ ਪਤਾ ਨਹੀਂ ਲੱਗ ਰਿਹਾ ਕਿ ਕਿਉਂਕਿ ਨਾ ਸਾਰੀ ਜਗ੍ਹਾ ਇੱਕ ਪਾਸੇ ਹਿਸਟਰੀ ਨੂੰ ਅਬਿਊਜ਼ ਹੋ ਰਹੀ ਹੈ, ਦੂਜੇ ਪਾਸੇ ਜਿਹੜੀ ਹਿਸਟਰੀ ਦਾ ਪਹਿਲਾਂ ਜਿਹੜਾ ਸੀਗਾ ਪੱਖ ਨੂੰ ਤੋੜਿਆ ਮਰੋੜਿਆ ਜਾ ਰਿਹਾ, ਤੇ ਇਸ ਕਰਕੇ ਬੜਾ ਕਿਓਸ ਹੈ। ਤੇ ਇਹਦੇ ਵਿੱਚੋਂ ਕਿੱਦਾਂ ਨਿਕਲਿਆ ਜਾਵੇ ਬਾਹਰ। ਤੇ ਕੋਈ ਪਾਰਟੀ ਹੁਣ ਜਿੱਦਾਂ ਅਕਾਲੀ ਪਾਰਟੀ ਵੀ ਜੇ ਪੰਜਾਬ ਦੀ ਵੀ ਗੱਲ ਕਰਨੀ ਹੋਵੇ ਉਹਨਾਂ ਦੀ ਵੀ ਕੋਈ ਦੇਖੋ ਕੋਈ ਸੇਧ ਨਹੀਂ, ਉੱਤੇ ਆ ਰਿਹਾ ਕਾਂਗਰਸ ਦੀ ਕੋਈ ਸੇਧ ਨਹੀਂ ਰਹੀ, ਉੱਤੇ ਆ ਰਿਹਾ ਮੈਂ। ਤੇ ਇਸ ਤਰ੍ਹਾਂ ਦਾ ਸਾਰਾ ਅਜੀਬ ਜਿਹਾ ਚੱਕਰ ਹੈਗਾ ਕਿ ਦੇਸ਼ ਕਿੱਧਰ ਨੂੰ ਜਾ ਰਿਹਾ। ਤੁਸੀਂ ਕਹਿਣਾ ਚਾਹੋ ਕਿ ਮੈਂ ਫਿਰ ਹੋਰ ਹੁਣ ਦੇਖੋ ਇਹਨਾਂ ਗੱਲਾਂ ਦੇ ਵੀ ਇਹਦਾ ਵਿਰਾਸਤ ਦਾ ਮਾਲਕ ਕੌਣ ਹੈ, ਵਿਰਾਸਤ ਨੂੰ ਸੰਭਾਲੇਗਾ ਕੌਣ, ਇਹੋ ਹਾਲ ਧਰਮਾਂ ਦੀ ਹੋ ਗਈ ਹੈ। ਹੁਣ ਇਹਦਾ ਬੀਜੇਪੀ ਆਪਣੇ ਆਪ ਨੂੰ ਹਿੰਦੂਆਂ ਦਾ ਰਾਖਾ ਸਮਝ ਰਹੀ ਹੈ, ਔਰ ਅਕਾਲੀ ਦਲ ਬਾਦਲ ਇਸੇ ਤਰ੍ਹਾਂ ਹੀ ਉਹ ਆਪਣੇ ਆਪ ਨੂੰ ਸਿੱਖਾਂ ਦਾ ਅਲੰਬਰਦਾਰ ਤੇ ਪਹਿਰੇਦਾਰ ਸਮਝਦੇ ਨੇ। ਹਾਂਜੀ, ਔਰ ਜਿਸ ਤਰ੍ਹਾਂ ਹੋਰ ਜਿਹੜੀਆਂ ਜਾਤਾਂ ਪਿਛੜੀਆਂ ਜਾਤਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਲੀਡਰ ਬਣ ਕੇ ਰਹਿ ਗਏ, ਐਸਸੀਆਂ ਦੇ ਲੀਡਰ ਬਣ ਕੇ ਪਰਿਵਾਰਾਂ ਦੇ ਲੀਡਰ ਬਣ ਕੇ ਰਹਿ ਗਏ, ਹਰੇਕ ਪਾਸੇ ਕਰਪਟ ਲੀਡਰਸ਼ਿਪ ਆ ਗਈ, ਹਰ ਪਾਸੇ ਸੇਮ ਹੀ ਹੈ। ਤੇ ਹੁਣ ਜੇ ਅਸੀਂ ਮੈਂ ਹਿੰਦੂ ਹਾਂ ਤਾਂ ਮੈਂ ਕਹਾਂ ਕਿ ਕੀ ਅਸੀਂ ਮੋਦੀ ਨੂੰ ਹਿੰਦੂਆਂ ਦਾ ਲੀਡਰ ਮੰਨ ਲਈਏ, ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਜਾਂ ਆਰਐਸਐਸ ਨੂੰ ਹਿੰਦੂਆਂ ਦਾ ਲੀਡਰ ਮੰਨ ਲਈਏ, ਜਾਂ ਜਿਹੜੇ ਸ਼ੰਕਰਚਾਰੀਆ ਨੇ ਉਹਨਾਂ ਨੂੰ ਹਿੰਦੂਆਂ ਦਾ ਲੀਡਰ ਮੰਨ ਲਈਏ, ਜਾਂ ਜਿਹੜੇ ਧਰਮ ਸੰਸਦ ਲੱਗੀ ਸੀ ਪਿੱਛੇ ਹਰਿਦੁਆਰ ਤੇ ਉਹੜੀ ਬਨਾਰਸ ਤੇ ਜਿਹੜੀ ਛੱਤੀਸਗੜ੍ਹ ਰਾਏਪੁਰ, ਉਹਦੇ ਲੀਡਰ ਜੋ ਬੋਲੇ ਨੇ, ਜੋ ਵਾਹਯਾਤ ਸ਼ਬਦਾਂ ਦਾ ਇਸਤੇਮਾਲ ਕੀਤਾ ਉਹਨਾਂ ਨੇ, ਉਹਨਾਂ ਨੂੰ ਹਿੰਦੂਆਂ ਦਾ ਲੀਡਰ ਮੰਨ ਲਈਏ ਕਿ ਹਿੰਦੂ ਫਲਸਫਾ ਜਿਹੜਾ ਇਦਾਂ ਦਾ ਹੀ, ਜਾਂ ਅਸੀਂ ਗੀਤਾ ਨੂੰ ਮੰਨੀਏ, ਜਾਂ ਰਮਾਇਣ ਨੂੰ ਮੰਨੀਏ, ਜਾਂ ਸਾਡੀ ਰਮਾਇਣ ਲੀਡਰ ਹੈ ਹਿੰਦੂਆਂ ਦੀ ਧਰਮ ਦੀ, ਜਾਂ ਗੀਤਾ ਹੈ ਜੋ ਤੇ ਗੀਤਾ ਨੂੰ ਪੜ੍ਹਦੇ ਆ ਤੇ ਉਹ ਜੋ ਬੋਲਦੇ ਨੇ ਅੱਜ ਦੇ ਲੀਡਰ, ਜਾਂ ਬੀਜੇਪੀ ਦੀ ਜਾਂ ਆਰਐਸਐਸ ਦੀ ਭਾਸ਼ਾ ਜਿਹੜੀ ਬੋਲਦੇ ਨੇ ਉਹ ਮੇਲ ਨਹੀਂ ਖਾਂਦੀ। ਜਿਹੜਾ ਪੜ੍ਹਿਆ ਲਿਖਿਆ ਬੰਦਾ ਜਿਹੜਾ ਆਰੀਆ ਸਮਾਜ ਹੈ, ਫਿਰ ਉਹ ਆਰੀਆ ਸਮਾਜ ਤੇ ਮੰਨਦਾ ਹੀ ਨਹੀਂ ਇਹਨਾਂ ਨੂੰ ਆਰੀਆ ਸਮਾਜ ਤੇ ਹੁਣ ਭਾਵੇਂ ਇਕੱਠੇ ਤੁਰੇ ਫਿਰਨ, ਲੇਕਿਨ ਇਹਨਾਂ ਹਿੰਦੂ ਲੀਡਰਸ਼ਿਪ ਦੀ ਜਿਹੜੀ ਹੁੰਦੀ ਸੀ ਨਾ ਹਿੰਦੂ ਮਹਾਸਭਾ, ਆਰੀਆ ਸਮਾਜ ਦੀ ਲੜਾਈ ਰਹਿੰਦੀ ਸੀ ਹਮੇਸ਼ਾ, ਆਜ਼ਾਦੀ ਤੋਂ ਪਹਿਲਾਂ ਸਟੇਜਾਂ ਤੇ ਦੇਰ ਤੇਰੇ ਦੀ ਛਤਰੋ ਛਿੱਤਰੀ ਹੁੰਦੇ ਸੀ, ਉਹ ਮੰਨਦੇ ਹੀ ਨਹੀਂ ਸੀ ਇਹਨਾਂ ਨੂੰ ਵੀ ਇਹ ਸਭ ਝੂਠ ਬੋਲਦੇ ਜੇ ਤੁਸੀਂ। ਤੇ ਹੁਣ ਇਹ ਆਰਐਸਐਸ ਨੇ ਉਹਨਾਂ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਲਿਆ, ਉਹ ਵੀ ਉਹਨਾਂ ਦੀ ਬੋਲੀ ਬੋਲਣ ਲੱਗ ਪਏ, ਕਿੰਨਾ ਅਦਰਵਾਈਜ਼ ਬਿਊਰੋਕ੍ਰੇਸੀ ਵਿੱਚ ਜੁਡੀਸ਼ਰੀ ਵਿੱਚ ਆਰੀਆ ਸਮਾਜ ਜਿਹਦੀ ਬੜੀ ਡੋਮੀਨੇਸ਼ਨ ਸੀ। ਹੁਣ ਆਪਾਂ ਇਹਦੇ ਬਾਰੇ ਦੱਸੋ ਵੀ ਵਾਕਈ ਇਹ ਜਿਹੜੇ ਲੀਡਰ ਨੇ ਜਿਸ ਤਰ੍ਹਾਂ ਸੁਖਬੀਰ ਬਾਦਲ ਲਾ ਲਓ, ਆਪਾਂ ਨਾਂ ਲੈ ਲੈਂਦੇ ਹਾਂ, ਅੱਜ ਸਾਡੀਆਂ ਕੌਮਾਂ ਦਾ ਸਿੱਖਾਂ ਦਾ ਲੀਡਰ ਕੌਣ ਹੈ ਅੱਜ ਦੇ ਯੁੱਗ ਵਿੱਚ, ਅੱਜ ਦੇ ਸਮੇਂ 'ਚ? ਕੀ ਅਕਾਲ ਤਖਤ ਦਾ ਜਥੇਦਾਰ ਲੀਡਰ ਹੈ ਜਿਹੜਾ ਕਿ ਇਸ਼ਾਰਿਆਂ ਨਾਲ ਚੱਲਦਾ? ਸਾਡੇ ਬੜਾ ਇਤਰਾਮ ਆ ਅਕਾਲ ਤਖਤ ਸਾਹਿਬ ਨਾਲ, ਉੱਥੋਂ ਦੀ ਜਿਹੜੀ ਸੰਸਥਾ ਦਾ ਬੜਾ ਇਤਰਾਮ ਹੈ ਸਾਡਾ, ਲੇਕਿਨ ਜੋ ਕੁਝ ਹੋ ਰਿਹਾ, ਜਿਹੜੀਆਂ ਪਰਸਨੈਲਿਟੀਜ਼ ਆ ਰਹੀਆਂ ਨੇ ਇਸੇ ਤਰ੍ਹਾਂ ਹਿੰਦੂਆਂ 'ਚ, ਕੀ ਅਸੀਂ ਉਹਨਾਂ ਸ਼ੰਕਰਚਾਰੀਆ ਨੂੰ ਮੰਨ ਲਈਏ ਹਿੰਦੂਆਂ ਦਾ ਲੀਡਰ, ਜਾਂ ਜਿਹੜੇ ਧਰਮ ਸੰਸਦ ਜਿਹੜੀ ਇਹਨਾਂ ਦੀ ਕੀਤੀ ਨਾਮ ਨਾ ਹੋਇਆ ਧਰਮ ਸੰਸਦ, ਜਾਂ ਉਹ ਸਾਧ ਵੀ ਹੈਗੀ ਜਿਹੜੀ ਗੌਡਸੇ ਦਾ ਨਾਂ ਲੈਂਦੀ ਬਾਰ-ਬਾਰ, ਉਹਨੂੰ ਮੰਨ ਲਈਏ ਹਿੰਦੂਆਂ ਦਾ ਲੀਡਰ? ਹਾਂਜੀ, ਇਹ ਸਾਨੂੰ ਸਮਝ ਨਹੀਂ ਲੱਗਦੀ ਵੀ ਧਰਮ ਦੇ ਵਿੱਚ ਵੀ ਤੇ ਹਿੰਦੁਸਤਾਨ 'ਚ ਬੜਾ ਵੱਡਾ ਕ੍ਰਾਈਸਿਸ ਹੈ, ਲੀਡਰ ਮੰਨੀਏ ਤੇ ਕਿਹਨੂੰ ਨਹੀਂ ਮੰਨੀਏ, ਇਹਦੇ ਬਾਰੇ ਦੱਸੋ ਕੁਛ। ਸ਼ਰਮਾ ਜੀ ਦੇਖੋ, ਇਹ ਸੱਚਾਈ ਤੁਸੀਂ ਬਿਆਨ ਕਰ ਰਹੇ ਹੋ, ਜੋ ਤੁਸੀਂ ਬੋਲ ਰਹੇ ਹੋ ਇਹ ਸੱਚਾਈ ਬਿਆਨ ਕਰ ਰਹੇ ਹੋ ਕਿ ਅੱਜ ਦੀ ਦੁਨੀਆ ਦੇ ਵਿੱਚ ਨਾ ਤੇ ਹਿੰਦੂ ਧਰਮ ਦੇ ਵਿੱਚ ਕਿਸੇ ਨੂੰ ਕੁਝ ਪਤਾ, ਨਾ ਸਿੱਖ ਧਰਮ 'ਚ ਪਤਾ, ਤੇ ਬਾਕੀ ਦੇ ਜਿਹੜੇ ਧਰਮਾਂ ਬਾਰੇ ਤਾਂ ਕੀ ਗੱਲ ਕਰਨੀ। ਹੁਣ ਉਹਦਾ ਕਾਰਨ ਕੀ ਹੈ? ਹੁਣ ਆਪਾਂ ਜੇ ਮੁਸਲਮਾਨਾਂ ਦਾ ਵੀ ਗੱਲ ਕਰ ਲਈਏ, ਉਹਦੇ ਵਿੱਚ ਕੋਈ ਪਰਸਨਲ ਲਾਅ ਵਾਲੇ ਵੱਖਰੇ ਆ, ਕੋਈ ਜਿਹੜੇ ਇਹਨਾਂ ਦੇ ਵੱਖ-ਵੱਖ ਫਿਰਕੇ ਹੈਗੇ ਆ, ਉਹ ਅੱਡ ਹੈਗੇ, ਸ਼ੀਆ ਸੁੰਨੀ ਤੇ ਵਾਸੋਦੀਨ ਗੱਲ ਤੁਰਿਆ ਫਿਰਦਾ ਇੱਕ ਤੁਸੀਂ ਇਹ ਦੱਸੋ। ਹੁਣ ਇਵਨ ਐਸਸੀ ਦਾ ਵਿੱਚ ਵੀ ਆ ਜਾਂਦਾ ਕਿ ਮਾਇਆਵਤੀ ਉਹਨਾਂ ਦੀ ਜਿਹੜੀ ਹੈਗੀ ਹੈ, ਜਿਹੜੀ ਵਿਰਾਸਤ ਨੂੰ ਸੰਭਾਲਦੀ ਹੈ, ਕੌਣ ਸੰਭਾਲਣ ਵਾਲਾ? ਪਿਛੜਿਆਂ ਦਾ ਯਾਦਵ ਨੇ। ਇਹ ਇੱਕ ਫੈਕਟ ਆਫ ਲਾਈਫ ਬਣ ਗਿਆ ਇਸ ਵੇਲੇ ਕਿ ਲੋਕ ਅੱਜ ਕੱਲ ਕਨਫਿਊਜ਼ ਹੈ। ਮੈਂ ਕਿਉਂ ਅੱਜ ਇਹ ਜਿਹੜਾ ਇਸ਼ੂ ਆਪਾਂ ਛੇੜਿਆ, ਉਹਦਾ ਬੇਸਿਕ ਕਾਰਨ ਹੈ ਕਿ ਜਦੋਂ ਮੈਂ ਦੇਖਦਾ ਕਿ ਇਹਨਾਂ ਨੂੰ ਸੰਭਾਲਣ ਵਾਲਾ ਹੀ ਕੋਈ ਨਹੀਂ ਹੈ। ਇਹ ਸਾਰੇ ਮਾਨ ਸਾਹਿਬ ਨੇ ਸਾਨੂੰ ਛੇੜਨ ਤੇ ਮਜਬੂਰ ਕਰਤਾ। ਇੱਕ ਵੈਕਿਊਮ ਕ੍ਰੀਏਟ ਹੋ ਚੁੱਕਾ ਹੈ, ਇੱਕ ਖਲਾਅ ਪੈਦਾ ਹੋਇਆ।
ਮੈਨੂੰ ਨਹੀਂ ਪਤਾ ਵੀ ਕੱਲ ਨੂੰ ਕਿਹੜੀਆਂ ਫੋਰਸਸ ਕਿਹੜੀ ਸੋਚ ਜਿਹੜੀ ਹੈ ਇਹਦੀ ਆ ਕੇ ਪੂਰਤੀ ਕਰੇਗੀ, ਪਰ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਇਹ ਜਿਹੜਾ ਖਲਾਅ ਹੈਗਾ, ਇੱਕ ਜਿਹੜਾ ਇੰਟੈਲੈਕਚੁਅਲ ਵੈਕਿਊਮ ਕਹਿ ਲਓ, ਇੱਕ ਸੋਸ਼ਲ ਕਲਚਰਲ ਵੈਕਿਊਮ ਕਹਿ ਲਓ, ਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਜਿਹੜੇ ਬੰਦੇ ਅੱਜ ਸਟੇਜਾਂ ਉੱਤੇ ਖੜ ਕੇ ਬੋਲਦੇ ਆ ਜਾਂ ਜਿਹੜੇ ਕਹਿੰਦੇ ਕਿ ਅਸੀਂ ਤੁਹਾਡੇ ਕਸਟੋਡੀਅਨ ਹਾਂ, ਮੈਨੂੰ ਤਾਂ ਕਸਟੋਡੀਅਨ ਲੱਗਦਾ ਹੀ ਨਹੀਂ। ਪਹਿਲੀ ਗੱਲ, ਠੀਕ ਹੈ, ਰਾਤ ਰੇ ਲੱਗਦਾ ਹੈ ਕਿ ਵੀ ਉਹ ਜਿਹੜੀ ਜੋ ਕੁਝ ਤੁਹਾਨੂੰ ਉਹ ਦੱਸਦੇ ਪਏ ਆ ਉਹ ਤਾਂ ਗਲਤ ਸੋਚ ਦੇ ਰਹੇ ਆ, ਗਲਤ ਫੈਕਟਸ ਦੇ ਰਹੇ ਆ, ਜਿਹੜੇ ਕਿ ਤੁਹਾਡੀ ਐਗਜ਼ਿਸਟੈਂਸ ਨੂੰ ਖਤਰਾ ਪੈਦਾ ਕਰ ਸਕਦੇ ਆ, ਤੁਹਾਡੀ ਸੋਚ ਨੂੰ ਡੈਮੇਜ ਕਰ ਸਕਦੇ ਆ, ਤੁਹਾਡੇ ਭਵਿੱਖ ਨੂੰ ਡੈਮੇਜ ਕਰ ਸਕਦੇ ਆ, ਯੂ نو। ਇਸ ਕਰਕੇ ਮੈਂ ਇਹ ਕੁਐਸਚਨ ਰੇਜ਼ ਕੀਤਾ ਹੈਗਾ ਕਿ ਜਿਹੜਾ ਇਹ ਇਸ਼ੂ ਹੈਗਾ, ਆਪਾਂ 5-6 ਮਿੰਟਾਂ ਖਤਮ ਕਰਨਾ, ਇਹ ਜਿਹੜਾ ਇਸ਼ੂ ਹੈਗਾ ਇਹ ਬੜਾ ਸੀਰੀਅਸ ਇਸ਼ੂ ਹੈਗਾ ਕਿ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਿਹਦੇ ਉੱਤੇ ਵਿਸ਼ਵਾਸ ਕਰੀਏ, ਕਿਹਨੂੰ ਸੋਚੀਏ ਕਿ ਵੀ ਉਹ ਠੀਕ ਬੰਦਾ ਹੈਗਾ, ਜਿਹੜੀ ਸਾਡੀ ਵਿਰਾਸਤ ਹੈ ਉਸ ਨੂੰ ਸੰਭਾਲੇਗਾ। ਸਾਨੂੰ ਨਹੀਂ ਇਹ ਵਿਸ਼ਵਾਸ ਕਿਸੇ ਉੱਤੇ। ਹਾਂ, ਕਿਉਂਕਿ ਸਮੇਂ ਦੇ ਵਿੱਚ ਜਿੱਦਾਂ ਆਪਾਂ ਅੱਗੇ ਵੀ ਡਿਸਕਸ ਕਰਦੇ ਹਾਂ, ਸਮੇਂ ਨਾਲ ਬਹੁਤ ਚੀਜ਼ਾਂ ਬਾਹਰੋਂ ਆ ਕੇ ਨਿਕਲਦੀਆਂ, ਅੰਦਰ ਆ ਕੇ ਉਹ ਆਪਣਾ ਸਥਾਨ ਲੈ ਲੈਂਦੀਆਂ, ਪਰ ਅੱਜ ਦੀ ਡੇਟ 'ਚ ਮੈਨੂੰ ਇਹਦੇ ਵਿੱਚ ਇੱਕ ਕਿਓਸ ਲੱਗਦਾ ਹੈ। ਜਦੋਂ ਇੱਕ ਬਹੁਤ ਵੱਡਾ ਖਲਾਅ ਹੈ, ਇੱਕ ਬਹੁਤ ਵੱਡਾ ਕਿਓਸ ਹੈ, ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਣ ਵਾਲਾ। ਔਰ ਮੈਂ ਸਮਝਦਾ ਕਿ ਹੋ ਸਕਦਾ ਸਾਡੀ ਇਸ ਡਿਸਕਸ਼ਨ ਦੇ ਨਾਲ ਸਾਡੇ ਜਿਹੜੇ ਸੁਣਨ ਵਾਲੇ ਹੈਗੇ ਆ ਉਹ ਵੀ ਇਸ ਪਾਸੇ ਸੋਚਣ ਕਿ ਵਾਕਈ ਵੀ ਸਾਡੇ ਤਾਂ ਹੁਣ ਅਸੀਂ ਕਹਿੰਦੇ ਆ ਕਿ ਜੀ ਸਾਡੇ ਸਿੱਖਾਂ ਨੂੰ ਕੌਣ ਰਿਪਰੈਜ਼ੈਂਟ ਕਰ ਰਿਹਾ ਜੀ, ਕੀ ਅਕਾਲ ਤਖਤ ਕਰ ਰਿਹਾ ਕਿ ਕੀ ਅਕਾਲੀ ਦਲ ਕਰ ਰਿਹਾ, ਜਾਂ ਆਪਣਾ ਸਿਮਰਨਜੀਤ ਮਾਨ ਕਰ ਰਿਹਾ, ਕੌਣ ਕਰ ਰਿਹਾ? ਉਹ ਤੇ ਜ਼ਮਾਨਤ ਜ਼ਬਤ ਹੋ ਗਈ। ਅੱਜ ਜੇ ਸਾਨੂੰ ਲੱਗੇ ਕਿ ਯਾਰ ਕੋਈ ਸਿੱਖਾਂ ਦਾ ਮਸਲਾ ਆ ਗਿਆ ਤੇ ਕੌਣ ਹੈ ਜੀ ਸਾਡਾ ਪੁੱਛਣ ਵਾਲਾ? ਕੋਈ ਪੁੱਛਣਾ। ਅੱਛਾ, ਫਿਰ ਜਿਹੜੀਆਂ ਸੰਸਥਾ ਬਣੀਆਂ ਹੋਈਆਂ ਉਹਨਾਂ ਦਾ ਫੇਸ ਇੰਨਾ ਕੁ ਖਰਾਬ ਹੋ ਚੁੱਕਿਆ, ਇੰਨੀ ਕੋ ਕਰਪਟ ਹੋ ਚੁੱਕੀਆਂ ਕਿ ਉਹਨਾਂ ਦੀ ਕ੍ਰੈਡੀਬਿਲਿਟੀ ਨਹੀਂ ਹੈ, ਯੂ نو। ਸੋ ਮੇਰਾ ਬਸ ਇੰਨਾ ਹੀ ਕਹਿਣਾ ਸੀ। ਇੱਥੇ ਮੈਂ ਗੱਲ ਹੋਰ ਵਧਾਉਣ ਲੱਗਾ, ਮੈਂ ਚੌਹਾਨ ਸਾਹਿਬ ਦੇ ਵਿਚਾਰ ਲਵਾਂਗਾ, ਥੋੜੀ ਜਿਹੀ ਗੱਲ ਮੈਂ ਕਰ ਲਵਾਂ। ਵੇਖੋ ਨਾ, ਅਕਾਲੀ ਦਲ ਦੀ ਹਾਰ ਹੋਈ ਬੁਰੀ ਤਰ੍ਹਾਂ। ਮੈਂ ਅਕਾਲੀ ਦਲ ਨਹੀਂ ਕਹਾਂ, ਬਾਦਲ ਦਲ ਦੀ ਗੱਲ ਹੈ, ਜਿਹੜੇ ਕਿ ਸਿੱਖਾਂ ਦੇ ਲੀਡਰ ਆਪਣੇ ਨੂੰ ਕਹਿੰਦੇ ਆ। ਔਰ ਪਹਿਲੇ ਜ਼ਮਾਨੇ 'ਚ ਤੌੜਾ ਸਾਹਿਬ ਸੀ, ਤਲਵੰਡੀ ਸਨ, ਮੋਹਨ ਸਿੰਘ ਤੋੜ ਸਨ, ਬੜੇ ਬੜੇ ਕੋਈ ਕਿਸੇ ਲੀਡਰ ਗਲਤੀ ਕਰਦਾ ਤੇ ਉਹਨੂੰ ਘੇਰ ਲੈਂਦੇ ਸੀ ਉਹ, ਔਰ ਆਪਣੀ ਪਾਰਟੀ ਦੇ ਅੰਦਰ ਪਲੇਟਫਾਰਮ ਤੇ ਉਹਨਾਂ ਨਾਲ ਬੜੀ ਸਵਾਲ ਜਵਾਬ ਹੁੰਦੇ ਸਨ, ਔਰ ਜਿਹੜਾ ਬੰਦਾ ਫੇਲ ਹੁੰਦਾ ਸੀ ਉਹਨੂੰ ਪਾਸੇ ਕਰਕੇ ਦੂਜਾ ਲੀਡਰ ਲੈ ਆਉਂਦੇ ਸੀ ਸਿੱਖ ਕੌਮ ਵਾਸਤੇ। ਅੱਜ ਮੈਂ ਸਮਝਦਾ ਜਦੋਂ ਮੀਟਿੰਗ ਇਹਨਾਂ ਦੀ ਹੋਈ, ਉਹ 3 ਬੰਦੇ ਇਹਨਾਂ ਦੇ ਐਮਐਲਏ ਬਣੇ, ਉਹ ਕਿਸੇ ਅਕਾਲੀ ਲੀਡਰ ਦੀ ਹਿੰਮਤ ਹੀ ਨਹੀਂ ਪਈ, ਯੁਰਤ ਹੀ ਨਹੀਂ ਪਈ ਵੀ ਸਰਦਾਰ ਸੁਖਬੀਰ ਸਿੰਘ ਤੇਰੀ ਵਜ੍ਹਾ ਨਾਲ ਇਹ ਅਕਾਲੀ ਦਲ ਸਾਡਾ ਹਾਲ ਇਹ ਹੋਇਆ। ਜਮੀਤ ਬਰਾੜ ਵਰਗੇ ਬੰਦੇ ਜਿਹੜਾ ਜਿਹਨੂੰ ਆਵਾਜ਼ੇ ਕੌਮ ਕਹਿੰਦੇ ਸੀ, ਆਵਾਜ਼ੇ ਪੰਜਾਬ ਕਹਿੰਦੇ ਸੀ, ਜ਼ਮਾਨਤਾਂ ਜ਼ਬਤ ਹੋ ਗਈਆਂ ਉਹਨਾਂ ਦੀਆਂ, ਹਾਂਜੀ। ਔਰ ਕਿਸੇ ਦੀ ਹਿੰਮਤ ਹੀ ਨਹੀਂ ਪਈ ਵੀ ਤੇ ਤੂੰ ਕਰਤੂਤਾਂ ਕੀਤੀਆਂ ਵੀ ਜਿਹੜਾ ਵਹਿਬਲ ਕਲਾਂ ਦਾ ਨਿਆਂ ਨਹੀਂ ਦੇ ਸਕਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਫਿਰ ਉਹਨਾਂ ਨਾਲ ਸਰਸੇ ਵਾਲਿਆਂ ਤੋਂ ਜੁਰਮਾਨਾ ਪਾਇਆ, ਫਿਰ ਗੁਰੂ ਗ੍ਰੰਥ ਸਾਹਿਬ ਮਿਸਿੰਗ ਹੋਏ, 400-300 ਕਿੰਨੀਆਂ ਸਰੂਪ ਉਹਨਾਂ ਦੇ ਮਿਸਿੰਗ ਹੋਏ, ਔਰ ਗੋਲੀ ਚੱਲੀ, ਬੰਦੇ ਮਰੇ, ਤੂੰ ਨਿਆਂ ਨਹੀਂ ਕਰ ਸਕਿਆ। ਫਿਰ ਤੇਰੇ ਰਾਜ 'ਚ ਨਸ਼ਾ ਵਿਕਿਆ, ਤੂੰ ਫਿਰ ਆਪਣੇ ਸਾਲੇ ਦੀ ਉਹ ਗੁਨਾਹਗਾਰ ਹੈ ਜਾਂ ਨਹੀਂ ਹੈ, ਉਹ ਕਰੋੜ ਫੈਸਲਾ ਕਰੇਗਾ, ਹੁਣ ਤੇ ਅੰਦਰ ਹੈ, ਤੇ ਲੇਕਿਨ ਤੂੰ ਉਹਨੂੰ ਅੱਜ ਦੀ ਡੇਟ ਤੱਕ ਵੀ ਤੂੰ ਉਹਨੂੰ ਪ੍ਰੋਟੈਕਟ ਕਰ ਰਿਹਾ, ਔਰ ਕੌਮ ਦਾ ਇੰਟਰਸਟ ਛੱਡ ਕੇ ਤੂੰ ਆਪਣੇ ਰਿਸ਼ਤੇਦਾਰਾਂ ਨੂੰ ਔਰ ਆਪਣੇ ਇੰਟਰਸਟ ਨੂੰ, ਔਰ ਉਹ ਤੇ ਚਲੋ ਕਰੇਗਾ ਹੀ ਕਰੇਗਾ ਬੰਦਾ ਜਿਹੜਾ ਸੈਲਫਿਸ਼ ਹੁੰਦਾ, ਲੇਕਿਨ ਕੋਈ ਐਸਾ ਲੀਡਰ ਨਹੀਂ ਸਿੱਖਾਂ ਦਾ। ਕਿਉਂ ਅਕਾਲੀ ਦਲ, ਮੈਂ ਇਸ ਕਰਕੇ ਅਕਾਲੀ ਦਲ ਕਹਿੰਦਾ, ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ, ਔਰ ਅਸਲੀ ਨੁਮਾਇੰਦਗੀ ਹੀ ਅਕਾਲੀ ਦਲ ਕਰਦਾ ਪੰਜਾਬ ਦੀ, ਪੰਜਾਬ ਦੀ ਵਿਚਾਰਧਾਰਾ ਦੀ, ਪੰਜਾਬ ਦੇ ਲੋਕਾਂ ਦੀ ਅਕਾਲੀ ਦਲ ਹੀ ਅਕਸਰ ਸੰਭਾਲੇਗਾ। ਲੇਕਿਨ ਕੀ ਇਹੋ ਜਿਹੀ ਲੀਡਰਸ਼ਿਪ ਥੱਲੇ? ਇਹਦੇ ਬਾਰੇ ਦੱਸੋ। ਮੈਂ ਦੇਖੋ ਕਿ ਉਸ ਲੀਡਰਸ਼ਿਪ ਦੇ ਵਿੱਚੋਂ ਬਹੁਤ ਸਾਰੇ ਅੱਛੇ ਲੀਡਰ ਵੀ ਹੈਗੇ ਆ, ਕੋਈ ਨਹੀਂ ਬੋਲ ਰਿਹਾ ਕਿ ਜੀ ਇਹੋ ਇਹ ਤੇ ਸੁਧਾਰ ਹੋਣਾ ਚਾਹੀਦਾ ਜਾਂ ਕੋਈ ਇਸ ਤਰ੍ਹਾਂ ਦਾ ਰੀਗਰੁਪਿੰਗ ਜਾਂ ਹੋਰ ਕਿਸ ਤਰ੍ਹਾਂ ਦਾ ਥੋੜ੍ਹਾ ਬਹੁਤਾ ਚੇਂਜ ਆਵੇ ਹੈ ਜੀ, ਇੱਧਰ ਨੂੰ ਵਧੇ ਕੰਮ, ਜਿਹੜਾ ਨਗਾਰਾ ਹੈ ਇਹ ਕਿਸ ਤਰ੍ਹਾਂ ਠੀਕ ਹੋਣਾ ਹੈਗਾ, ਇੱਦਾਂ ਦੇ ਪਾਸੇ ਕੋਈ ਨਹੀਂ ਹੋ ਰਿਹਾ, ਤਰੱਦੁਦ ਨਹੀਂ ਹੋ ਰਿਹਾ। ਅਤੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਮਤਲਬ ਇਹ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਨਾ, ਇਹ ਸਿਚੁਏਸ਼ਨ ਜਿਹੜੀ ਹੈ ਇਕੱਲੀ ਅਕਾਲੀ ਪਾਰਟੀ ਦੀ ਨਹੀਂ, ਸਾਰੀਆਂ ਦੀਆਂ ਕਾਂਗਰਸ ਪਾਰਟੀਆਂ ਅੱਗੇ ਹੁੰਦੀਆਂ ਸੀ, ਬਿਲਕੁਲ ਖਤਮ ਹੀ ਹੋ ਗਈਆਂ। ਬੀਐਸਪੀ ਦਾ ਹਾਲ ਦੇਖ ਲਓ, ਬੀਐਸਪੀ ਦਾ ਵੇਖ ਲਓ, ਉਹ ਵੀ ਇਹਨਾਂ ਦਾ ਵੇਖ ਲਓ, ਜਿਹੜੇ ਮੁਲਾਇਮ ਸਿੰਘ ਵਗੈਰਾ ਜਿਹੜੇ ਪਿਛੜੀਆਂ ਦੀ ਨੁਮਾਇੰਦੇ, ਇੱਥੋਂ ਗੱਲ ਨਿਕਲਦੀ ਹੈ ਵੀ ਇਹਦੇ ਕੀ ਹਾਲ ਹੋਏਗਾ, ਧਰਮ ਦਾ ਕੀ ਹੋ ਗਿਆ, ਆਪਾਂ ਜਿਹੜੀ ਵਿਰਾਸਤ ਲੀਡਰਾਂ ਦਾ ਵੀ ਕੀ ਬਣੂ ਦੇਸ਼ ਦਾ। ਮੈਂ ਥੋੜ੍ਹਾ ਜਿਹੀ ਗੱਲ ਉਹ ਕਰਨੀ ਚਾਹੁੰਦਾ ਕਿ ਜਿਹੜਾ ਜਿਸ ਤਰ੍ਹਾਂ ਇਹ ਪਿੱਛੇ ਕਿਸਾਨ ਅੰਦੋਲਨ ਸੀਗਾ, ਉਹਨਾਂ ਨੇ ਇੱਕ ਜਾਗਰਤੀ ਜਿਹੀ ਪੈਦਾ ਕੀਤੀ ਸੀ ਪੰਜਾਬ ਦੇ ਲੋਕਾਂ ਦੇ ਵਿੱਚ ਵੀ, ਹਰਿਆਣੇ ਦੇ ਲੋਕ ਵੀ ਨਾਲ ਮਿਲ ਗਏ ਸੀ, ਅਤੇ ਯੂਪੀ ਦੇ ਵੀ ਮਿਲ ਗਏ ਸੀ, ਹੋਰ ਮੱਧ ਪ੍ਰਦੇਸ਼ ਵਗੈਰਾ ਦੇ ਵੀ।
ਤੇ ਉਹ ਇੱਕ ਤਰ੍ਹਾਂ ਦਾ ਇੱਕ ਨਵਾਂ ਇੱਕ ਉਭਾਰ ਪੈਦਾ ਹੋ ਰਿਹਾ ਸੀਗਾ ਇਹ ਚੇਤਨਾ ਦਾ, ਲੋਕ ਚੇਤਨਾ ਦਾ। ਤੇ ਉਹ ਜਿਹੜਾ ਉਸੇ ਉਹ ਚੇਤਨਾ ਦਾ ਅਸਰ ਹੈ, ਲੋਕਾਂ ਦੇ ਵਿੱਚ ਵੱਧ ਰਹੀ ਚੇਤਨਾ ਦਾ ਅਸਰ ਹੈ ਕਿ ਇਸ ਵੇਲੇ ਉਹਨਾਂ ਨੇ ਲੋਕ ਵੋਟ ਇੱਦਾਂ ਨਹੀਂ ਹੈ ਕਿ ਟੇਕਨ ਫॉर ਗਰੰਟਡ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ। ਉਹਨਾਂ ਨੇ ਦੇਖੋ ਪੰਜਾਬ ਦੇ ਵਿੱਚ ਓਵਰਵੈਲਮਿੰਗ ਮੈਜੋਰਟੀ ਜਿਹੜੀ ਹੈ ਨਾ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ। ਤੇ ਇਹ ਤੋਂ ਪਤਾ ਲੱਗਦਾ ਕਿ ਉਹ ਜੇ ਚਾਹਦੇ ਆ ਕਿਸੇ ਪਾਰਟੀ ਨੂੰ ਵੀ ਜਿਤਾ ਵੀ ਸਕਦੇ ਆ, ਹਰਾ ਵੀ ਸਕਦੇ ਆ। ਇੱਥੋਂ ਗੱਲ ਨਿਕਲਦੀ ਏ ਵੀ ਹੁਣ ਇਹ ਸਾਰੇ ਗੱਲਾਂ ਹੋ ਗਈਆਂ। ਮੈਂ ਗੱਲ ਕੀਤੀ ਜਿਹੜੇ ਵੀ ਜਿਹੜੇ ਵਿਰਾਸਤ ਨੂੰ ਕੌਣ ਸੰਭਾਲੇਗਾ, ਜੇ ਜਿਹੜਾ ਮਰਜ਼ੀ ਜੋ ਮਰਜ਼ੀ ਗੱਲ ਕਰ ਜਾਂਦਾ। ਇੱਥੋਂ ਕੀ ਅਸੀਂ ਜਿਹੜੀਆਂ ਸੰਸਥਾਵਾਂ ਖਤਮ ਕਰਤੀਆਂ, ਜੁਡੀਸ਼ਰੀ ਖਤਮ ਕਰਤੀ, ਵਿਦਿਅਕ ਸੰਸਥਾਵਾਂ JNU ਵਗੈਰਾ ਉਹ ਖਤਮ ਕਰਤੀਆਂ। ਇੱਕ ਇੰਡਸਟਰੀਅਲ ਕਲਚਰ ਆ ਰਿਹਾ ਜਿਹਦਾ ਫਿਲਮਾਂ ਦੇ ਰੂਪ ਦੇ ਵਿੱਚ, ਜਿੱਦਾਂ ਕਸ਼ਮੀਰ ਫਾਈਲ ਆ ਗਈ, ਕਲਚਰ ਇੰਡਸਟਰੀ 10ਵਾਂ ਇੱਕ ਫਿਲਮ ਆ ਗਈ, 10ਵੀਂ ਕਿ 10ਵਾਂ ਕਿਹੜੀ ਫਿਲਮ ਆ ਗਈ। ਫਿਰ ਇਦਾਂ ਦੀਆਂ ਚੀਜ਼ਾਂ ਆ ਰਹੀਆਂ ਨੇ ਕਿ ਆਪਾਂ ਇਸ ਤੋਂ ਜਿਹੜਾ ਖਾਣਾ ਕੀ ਨਹੀਂ ਖਾਣਾ, ਜਿੱਦਾਂ ਪਿੱਛੇ ਹਲਾਲ ਖਾਣਾ ਕਿ ਝਟਕਾ ਖਾਣਾ JNU 'ਚ ਪੰਗਾ ਪਿਆ। ਫਿਰ ਅਜ਼ਾਨ ਦੇਣਾ ਕਿ ਮੱਧ ਪ੍ਰਦੇਸ਼ ਰਾਮਨੌਮੀ ਦੇ ਜਿਹੜਾ ਗਿਆ ਕਪਲ ਮਿਸ਼ਰਾ ਜਿਹੜਾ ਉੱਥੇ ਜਾ ਕੇ ਖਾਪਾ ਗਿਆ ਤੇ ਰਾਈਟਸ ਕਰਵਾਇਆ, 8 ਸਟੇਟਾਂ 'ਚ ਰਾਈਟਸ ਹੋ ਗਏ। ਆਪਾਂ ਇਹ ਗੱਲਾਂ ਸਾਰੀਆਂ ਜੋ ਨਿਕਲਦੀਆਂ, ਜੁਡੀਸ਼ਰੀ ਖਤਮ ਹੁੰਦੀ ਜਾ ਰਹੀ ਆ, ਯੂਨੀਵਰਸਿਟੀ ਜਿਹੜੀਆਂ ਵਿਦਿਅਕ ਅਦਾਰਿਆਂ ਦੇ ਵਿੱਚ ਕਮਿਊਨਲਿਜ਼ਮ ਆ ਰਿਹਾ, ਖਤਮ ਹੁੰਦਾ ਜਾ ਰਿਹਾ। ਇਹ ਤਾਂ ਰਿਜ਼ਲਟ ਇਹ ਨਿਕਲਦਾ ਮੀਡੀਆ ਵੀ ਖਤਮ ਹੋ ਰਿਹਾ, ਮੀਡੀਆ ਵੀ ਹੱਥੀਂ ਆ ਰਿਹਾ, ਕਮਿਊਨਲ ਵੀ ਹੋ ਗਿਆ, ਔਰ ਕੀ ਕਹਿੰਦੇ ਪ੍ਰੋ ਸਟੇਟਮੈਂਟ ਹੋ ਗਿਆ। ਇਹਦਾ ਰਿਜ਼ਲਟ ਕਿਤੇ ਆਪਾਂ ਕਿਤੇ ਦੇਸ਼ ਹੀ ਦੇ ਵਿੱਚ ਰਾਈਟਸ ਹੋ ਕੇ ਕਿਤੇ ਦੇਸ਼ ਹੀ ਨਾ ਵੰਡਿਆ ਜਾਵੇ, ਕਿਤੇ ਪਾਰਟੀਸ਼ਨ ਵੱਲ ਨਹੀਂ ਕਿਤੇ ਵਾਦਰ ਰਹੇ ਆਪਾਂ। ਇਹੋ ਜਿਹੀ ਹਾਲਾਤਾਂ ਪੈਦਾ ਹੋ ਰਹੀਆਂ ਨੇ। ਆਪਾਂ ਇਹ ਖਤਮ ਕਰਨਾ, ਇਹ 2-3 ਮਿੰਟ ਜੇ ਆਪਾਂ ਇਹਨੂੰ ਕਰਨਾ। ਦੇਖੋ ਸ਼ਰਮਾ ਜੀ, ਜਿਹੜੇ ਹਾਲਾਤ ਹੈ ਉਹ ਤੇ ਚੰਗੇ ਨਹੀਂ ਹੈਗੇ, ਇਹ 'ਚ ਕੋਈ ਸ਼ੱਕ ਨਹੀਂ ਹੈਗੇ, ਕਿਉਂਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਪੋਲਰਾਈਜੇਸ਼ਨ ਹੋ ਰਹੀ ਹੈ ਹਰ ਪੱਧਰ ਤੇ, ਡਿਸਟੋਰਟ ਹੋ ਰਹੀ ਹੈ। ਜਿਸ ਤਰ੍ਹਾਂ ਹਿਸਟਰੀ ਨੂੰ ਡਿਸਟੋਰਟ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਹਿਸਟਰੀ ਦੀ ਸਿਲੈਕਟਿਵ ਰੀਡਿੰਗ ਕੀਤੀ ਜਾ ਰਹੀ ਹੈ, ਤਾਂ ਕਿ ਇੱਕ ਜਿਹੜਾ ਪੋਲੀਟੀਕਲ ਜੋ ਉਹਨਾਂ ਦੀ ਮਨੋਰਥ ਹੈ ਉਹਨਾਂ ਦੀ ਪੂਰਤੀ ਕੀਤੀ ਜਾ ਸਕੇ, ਔਰ ਜਿਹੜਾ ਹਿਸਟਰੀ ਨੂੰ ਵੈਪਨਾਈਜ਼ ਕੀਤਾ ਜਾ ਰਿਹਾ, ਇੱਕ ਵੈਪਨ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਜਿੱਥੇ ਜਿਹੜੀ ਚੀਜ਼ ਚਾਹੁੰਦੇ ਆ ਉਹ ਵਰਤ ਲਓ, ਠੀਕ ਹੈ, ਜਿਹੜੀ ਚੀਜ਼ ਨਹੀਂ ਉਹਨਾਂ ਦੀ ਆਈਡੀਓਲੋਜੀ ਨੂੰ ਸੂਟ ਕਰਦੀ ਉਹਨੂੰ ਤੁਸੀਂ ਡਸਟਬਿਨ ਸੁੱਟ ਦਿਓ। ਉਹ ਜਿਹੜਾ ਸਿਸਟਮ ਚੱਲ ਰਿਹਾ, ਔਰ ਉਸ ਨੂੰ ਕੋਈ ਕੁਐਸਚਨ ਨਹੀਂ ਕਰਦਾ। ਜੇ ਕੁਐਸਚਨ ਕਰਦਾ ਹੈਗਾ ਤਾਂ ਉਹਨੂੰ ਜੇਲ੍ਹ ਦਿਖਾ ਦਿੱਤੀ ਜਾਂਦੀ ਹੈ। ਸੋ ਉਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਜੋ ਕੁਝ ਅੱਜ ਚੱਲ ਰਿਹਾ ਹੈਗਾ, ਉਹਦੇ ਨਾਲ ਜਿਹੜੇ ਹਾਲਾਤ ਹੈਗੇ ਆ ਉਹ ਬੜੇ ਹੌਰੀਬਲ ਬਣੇ ਹੋਏ ਆ, ਬੜੇ ਡਰਾਉਣ ਵਾਲੇ ਬਣੇ ਹੋਏ ਆ। ਸੋ ਇਸ ਕਰਕੇ ਮੈਂ ਸਮਝਦਾ ਕਿ ਜਿਹੜੇ ਸੋਚਣ ਵਾਲੇ ਲੋਕ ਹੈ, ਜਿਹੜੇ ਇੰਟੈਲੈਕਚੁਅਲ ਲੋਕ ਹੈ, ਜਿਨ੍ਹਾਂ ਨੇ ਕਿ ਇਸ ਜਿਹੜੀ ਦੇਸ਼ ਹੈ, ਜਿਹੜੇ ਸਾਡੀ ਲੋਕ ਹੈ, ਉਹਨਾਂ ਨੂੰ ਦਿਸ਼ਾ ਦਿਖਾਣੀ ਹੈ, ਉਹਨਾਂ ਨੂੰ ਅੱਜ ਉੱਠਣਾ ਚਾਹੀਦਾ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਔਰ ਆਪਣੀ ਜਿਹੜੀ ਇਹ ਸੋਚ ਜਿਹਦੇ ਕਰਕੇ ਆਪਾਂ ਨੂੰ ਲੱਗਦਾ ਕਿ ਸਾਡੇ ਦੇਸ਼ ਨੂੰ ਨੁਕਸਾਨ ਹੋ ਸਕਦਾ, ਉਸ ਦੀ ਵਿਰੋਧਤਾ ਕਰਨੀ ਚਾਹੀਦੀ ਹੈ। ਉਹਨਾਂ ਨੂੰ ਅੱਜ ਗਲੀਆਂ 'ਚ ਆਉਣਾ ਚਾਹੀਦਾ, ਲਿਖਣਾ ਚਾਹੀਦਾ, ਪੜ੍ਹਨਾ ਚਾਹੀਦਾ, ਲੋਕਾਂ ਦੇ ਨਾਲ ਇੰਟਰੈਕਸ਼ਨ ਕਰਨਾ ਚਾਹੀਦਾ। ਜੇ ਕੋਈ ਅੱਜ ਕਹਿੰਦਾ ਕਿ ਜੀ ਜਿੱਦਾਂ ਹੁਣ ਤੁਸੀਂ ਮਾਊਂਟ ਬੈਟਨ ਵਾਲੀ ਗੱਲ ਕੀਤੀ, ਉਹ ਆ ਕੇ ਉਹਦਾ ਵਿਰੋਧਤਾ ਦੱਸਣੀ ਚਾਹੀਦੀ ਹੈ ਕਿ ਭਾਈ ਆਹ ਗੱਲਾਂ ਜਿਹੜੀਆਂ ਹੈ ਤੁਸੀਂ ਜੇ WhatsApp ਗਰੁੱਪ ਨੇ ਇਹ ਕਰ ਦਿੱਤੀਆਂ ਹੈਗੀਆਂ ਤਾਂ ਐਕਚੁਅਲ ਸੱਚਾਈ ਇਹ ਹੈ, ਲੋਕਾਂ ਅੱਗੇ ਸੱਚਾਈ ਰੱਖਣੀ ਚਾਹੀਦੀ ਹੈ। ਬਜਾਏ ਇਸ ਦੇ ਕਿ ਤੁਸੀਂ ਚੁੱਪ-ਚਾਪ ਕਰਕੇ ਬੈਠੇ ਰਹੋ ਆਪਣੇ ਘਰਾਂ ਦੇ ਵਿੱਚ ਔਰ ਸੋਚੋ ਵੀ ਆਪਣੇ ਆਪ ਚੀਜ਼ਾਂ ਠੀਕ ਹੋ ਜਾਣਗੀਆਂ। ਨਹੀਂ, ਜੇ ਕੋਈ ਗਲਤ ਆਈਡੀਓਲੋਜੀ ਦਿੱਤੀ ਜਾ ਰਹੀ ਹੈ ਜਾਂ ਜਿਹੜੀ ਗਲਤ ਸੋਚ ਦਿੱਤੀ ਜਾ ਰਹੀ ਹੈ, ਉਸ ਨੂੰ ਤੁਸੀਂ ਠੀਕ ਤਾਂ ਹੀ ਕਰ ਸਕਦੇ ਹੋ ਕਿ ਜੋ ਤੁਸੀਂ ਉਹਦੇ ਬਰਾਬਰ ਇੱਕ ਪੈਰਲਲ ਸੋਚਦੇ ਹੋ, ਤਾਂ ਤੁਸੀਂ ਉਸ ਨੂੰ ਕੱਟ ਸਕਦੇ ਹੋ। ਇਸੇ ਤਰ੍ਹਾਂ ਮੈਂ ਕਿਹਾ ਕਦਮ ਕੋਈ ਟਾਈਮ ਬਹੁਤ ਹੋ ਗਿਆ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੇਸ਼ ਸੇਵਾ ਵਰ ਮੋਏ ਸ਼ੁਭ ਕਰਮਨ ਸੇ ਕਭੀ ਨਾ ਡਰੂ। ਮਤਲਬ ਜਦੋਂ ਅਸੀਂ ਚੰਗੇ ਕੰਮ ਕਰਨੇ ਆ ਤੇ ਸਾਨੂੰ ਮੌਤ ਤੋਂ ਨਹੀਂ ਡਰਨਾ ਚਾਹੀਦਾ, ਸ਼ੁਭ ਕਰਮਾਂ ਤੋਂ ਕਰਨ ਤੋਂ ਨਹੀਂ ਡਰਨਾ ਚਾਹੀਦਾ। ਇਹ ਗੁਰੂ ਗੋਬਿੰਦ ਸਾਹਿਬ ਸਾਨੂੰ ਦੇ ਚੁੱਕੇ ਨੇ, ਇਹ ਸਲੋਗਨ ਦੇ ਚੁੱਕੇ ਨੇ। ਔਰ ਮਾਨ ਸਾਹਿਬ ਵਿਸਾਖੀ ਦਾ ਦਿਨ ਇਸੇ ਕਰਕੇ ਇਹ ਗੱਲ ਕੀਤੀ ਆ। ਮਾਨ ਸਾਹਿਬ ਇਹ ਤਾਂ ਸਾਨੂੰ ਮਜਬੂਰ ਕੀਤਾ ਇਹਨਾਂ ਗੱਲਾਂ ਕਰਨ ਦਾ ਕਿ ਤੁਸੀਂ ਬੜੀ ਵੱਡੀ ਗਲਤੀ ਕੀਤੀ। ਇਸ ਗਲਤੀ ਲਈ ਤੁਸੀਂ ਪੰਜਾਬੀ ਕੌਮ ਤੋਂ ਮਾਫੀ ਮੰਗੋ, ਕਿਉਂਕਿ ਤੁਹਾਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ, ਕਿਉਂਕਿ ਤੁਹਾਨੂੰ ਲੋਕਾਂ ਨੇ ਬੜੇ ਚਾਅ ਦੇ ਨਾਲ ਚੀਫ ਮਿਨਿਸਟਰ ਬਣਾਇਆ। ਔਰ ਆਪਣੇ ਜੋ ਤੁਹਾਡੇ ਦੇ ਐਲੀਗੇਸ਼ਨ ਹੈ ਉਹਨਾਂ ਦੀ ਕਲੈਰੀਫਿਕੇਸ਼ਨ ਦਿਓ ਔਰ ਆਪਣੇ ਕੰਮ ਵੱਲ ਧਿਆਨ ਦਿਓ ਔਰ ਲੋਕਾਂ ਨਾਲ ਜੋ ਵਾਅਦੇ ਕੀਤੇ ਜੇ ਉਹ ਪੂਰੇ ਕਰੋ ਔਰ ਇੱਕ ਵਿਰਾਸਤ ਦੇ ਰਾਖੇ, ਵਿਰਾਸਤ ਦੇ ਲੀਡਰ ਬਣਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਔਰ ਕੌਮ ਪੰਜਾਬ ਦੀ ਤੁਹਾਨੂੰ ਯਾਦ ਰੱਖੇ। ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਏਗਾ। ਇਹਨਾਂ ਸ਼ਬਦਾਂ ਨੂੰ ਇਜਾਜ਼ਤ ਮੰਗਦੇ ਹਾਂ ਔਰ ਸਾਰਿਆਂ ਨੂੰ ਫਿਰ ਦੁਬਾਰਾ ਵਿਸਾਖੀ ਦੀ ਲੱਖ ਲੱਖ ਵਧਾਈ ਤੇ ਮੁਬਾਰਕਾਂ। ਨਮਸਕਾਰ, ਆਦਾਬ ਤੇ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।